ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾ ਹੋਰ ਅਸੀਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਾਂ ਤੇ ਪੱਕਾ ਧਰਨਾ ਚੱਲ ਰਿਹਾ ਸੈਨੇਟ ਚੋਣਾਂ ਨੂੰ ਲੈ ਕੇ। ਜਿਵੇਂ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਦੇ ਰਾਹੀਂ ਤੁਹਾਨੂੰ ਸਮਝਾਉਣ ਦੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸੈਨੇਟ ਚੋਣਾਂ ਕੀ ਹੈ, ਜਾਣੀ ਇੱਕ ਅਸੈਂਬਲੀ ਹੈ ਜਿਵੇਂ ਸਾਡੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਇਸੇ ਤਰ੍ਹਾਂ ਦੀਆਂ ਹੀ ਸੈਨੇਟ ਚੋਣਾਂ। ਜੇ ਸੈਨੇਟ ਚੋਣਾਂ ਨਹੀਂ ਹੁੰਦੀਆਂ ਤਾਂ ਪੰਜਾਬ ਯੂਨੀਵਰਸਿਟੀ ਸਿੱਧੇ ਤੌਰ ਤੇ ਸਾਡੇ ਹੱਥੋਂ ਨਿਕਲ ਸਕਦੀ ਹੈ, ਸਿੱਧੀ ਕੇਂਦਰ ਦੇ ਹੱਥਾਂ 'ਚ ਜਾ ਸਕਦੀ ਹੈ। ਜੇ ਦੂਜੇ ਸ਼ਬਦਾਂ 'ਚ ਕਹੀਏ ਤਾਂ ਇੱਥੇ ਜਿਹੜੀਆਂ ਇਸ ਵੇਲੇ ਮੇਰੇ ਨਾਲ ਸ਼ਖਸੀਅਤਾਂ ਬੈਠੀਆਂ ਹੈ ਉਹਨਾਂ ਦੇ ਵਿੱਚ ਸਮਾਜ ਸੇਵੀ ਹਰਜਿੰਦਰ ਸਿੰਘ ਹੁਸੈਨਪੁਰੀ ਜੀ ਹੈ, ਪ੍ਰਸਿੱਧ ਡਾਇਰੈਕਟਰ ਤੇ ਐਕਟਰ ਅਮਿਤੋਜ ਮਾਨ ਸਾਹਿਬ ਬੈਠੇ ਨੇ ਔਰ ਜਿਨ੍ਹਾਂ ਨੇ ਧਰਨਾ ਸ਼ੁਰੂ ਕੀਤਾ ਰਵਿੰਦਰ ਬਿੱਲਾ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ। ਤੁਸੀਂ ਆਪ ਸਮਝ ਸਕਦੇ ਹੋ ਕਿ ਅਮਿਤੋਜ ਮਾਨ ਹੋਰਾਂ ਨੂੰ ਤੁਸੀਂ ਬਹੁਤ ਵਾਰ ਇਸ ਧਰਨੇ ਦੇ ਵਿੱਚ ਬੋਲਦਿਆਂ, ਬਹੁਤ ਵਾਰ ਇਸ ਧਰਨੇ ਦੇ ਵਿੱਚ ਬੈਠਿਆਂ ਸਮਰਥਨ ਕਰਦਿਆਂ ਦੇਖਦੇ ਰਹਿੰਦੇ ਹੋ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਨਹੀਂ ਜਿਹੜੀ ਇੱਥੇ ਪਹੁੰਚੀ ਨਹੀਂ, ਕੋਈ ਲੀਡਰ ਨਹੀਂ ਪਹੁੰਚੇ, ਉਹ ਭਾਵੇਂ ਆਪਣੇ ਪਲੇਟਫਾਰਮ ਤੋਂ ਮਲਵੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਹੋਣ ਪਰ ਜ਼ਰੂਰ ਚੋਰੀ ਛਿਪੇ ਇੱਥੇ ਪਹੁੰਚਦੇ ਜ਼ਰੂਰ ਹੈ, ਕੁਝ ਮੀਡੀਆ ਤੇ ਵੀ ਆਉਂਦੇ ਨੇ। ਜੇਕਰ ਹਰ ਧਿਰ, ਹਰ ਸਮਾਜ ਸੇਵੀ, ਹਰ ਵਿਅਕਤੀ ਇੱਥੇ ਪਹੁੰਚ ਰਿਹਾ ਤਾਂ ਸਹਿਜੇ ਸਮਝਿਆ ਜਾ ਸਕਦਾ ਕਿ ਮਾਮਲਾ ਕਿੰਨਾ ਵੱਡਾ ਹੋਊਗਾ, ਕਿੰਨਾ ਗੰਭੀਰ ਹੋਊਗਾ। ਇਸ ਮਾਮਲੇ ਤੇ ਬੇਸ਼ੱਕ ਤੁਹਾਨੂੰ ਤਸਵੀਰਾਂ ਦੇ ਵਿੱਚ ਇਕੱਠ ਬਹੁਤ ਵੱਡੇ ਨਜ਼ਰ ਨਾ ਆਉਣ, ਤੁਹਾਡੇ ਦਿਮਾਗ ਦੇ ਵਿੱਚ ਕਿਸਾਨ ਅੰਦੋਲਨ ਚੱਲਦਾ ਹੋਊਗਾ ਕਿ ਜੇਕਰ ਕਿਸਾਨ ਅੰਦੋਲਨ ਬਹੁਤ ਵੱਡਾ ਸੀ ਤਾਂ ਇਕੱਠ ਵੀ ਬਹੁਤ ਵੱਡਾ, ਆਹ ਮਸਲਾ ਵੱਡਾ ਨਹੀਂ ਹੋਣਾ ਪਰ ਇਕੱਠ ਵੀ ਹੋਣਗੇ। ਲਾਮਬੰਦੀਆਂ ਲਗਾਤਾਰ ਹੋ ਰਹੀਆਂ, ਪ੍ਰੋਗਰਾਮ ਲਗਾਤਾਰ ਦਿੱਤੇ ਜਾ ਰਹੇ ਆ, ਕੇਂਦਰ ਨੂੰ ਇਸ ਮਸਲੇ ਤੇ ਜਿਹੜੀਆਂ ਭਾਜੜਾਂ ਨੇ ਉਹ ਪੈ ਰੱਖੀਆਂ। ਅਸੀਂ ਗੱਲਬਾਤ ਵੀ ਕਰਾਂਗੇ ਕਿ ਹੁਣ ਮਾਮਲਾ ਕਿੱਥੋਂ ਤੱਕ ਪਹੁੰਚਿਆ। ਆਉਣ ਵਾਲੇ ਕੱਲ੍ਹ ਇੱਕ ਵੱਡੇ ਪ੍ਰੋਟੈਸਟ ਦੀ ਕਾਲ ਵੀ ਦੇ ਦਿੱਤੀ ਗਈ ਹੈ। ਹੁਸੈਨਪੁਰੀ ਸਾਹਿਬ ਨੇ, ਅਮਿਤੋਜ ਮਾਨ ਜੀ ਨੇ, ਬਿੱਲਾ ਜੀ ਨੇ, ਹੋਰ ਬਹੁਤ ਸਾਰੇ ਸਟੂਡੈਂਟ ਵੀ ਬੈਠੇ ਨੇ, ਪ੍ਰੋਫੈਸਰ ਸਾਹਿਬ ਵੀ ਬੈਠੇ ਹੋਏ ਨੇ। ਗੱਲਬਾਤ ਕਰਾਂਗੇ, ਸਮਝਾਂਗੇ ਕਿ ਹੁਣ ਮਾਮਲਾ ਕਿੱਥੋਂ ਤੱਕ ਪਹੁੰਚਿਆ। ਬਿੱਲੇ ਵੀਰੇ, ਕਿੱਥੋਂ ਕੁ ਤੱਕ ਪਹੁੰਚਿਆ ਮਾਮਲਾ ਹੁਣ ਤੱਕ? ਕਿਉਂਕਿ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ, ਗੱਲਬਾਤ ਵੀ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਲਗਾਤਾਰ ਕਰਦਾ ਹੋਊਗਾ, ਅੱਜ ਸਥਿਤੀ ਕੀ ਹੈ? ਨਹੀਂ, ਗੱਲਬਾਤ ਵੀਰੇ ਫਿਲਹਾਲ ਐਸੀ ਕੋਈ ਗੱਲਬਾਤ ਨਹੀਂ ਹੋਈ ਸਾਡੀ। ਇੱਕ ਵਾਰੀ ਅਸੀਂ 18 ਤਰੀਕ ਨੂੰ ਇੱਕ ਬਹੁਤ ਵੱਡਾ ਮਾਰਚ ਕੀਤਾ ਸੀਗਾ ਇੱਥੋਂ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਲੈ ਕੇ ਉਹਦੇ ਘਰ ਤੱਕ। ਉਸ ਦਿਨ ਰਜਿਸਟਰ ਸਾਹਿਬ ਨੇ ਸਾਡੇ ਜਾ ਕੇ ਜ਼ਰੂਰ ਇਹ ਗੱਲ ਕਹੀ ਸੀ ਕਿ ਜਿਹੜੀ ਇਲੈਕਸ਼ਨ ਆ ਉਹ 12 ਸਤੰਬਰ ਨੂੰ ਕਰਾਈ ਜਾ ਸਕਦੀ ਹੈ, ਪਰ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਇਹ ਸ਼ੋਰਟੀ ਨਾਲ ਨਹੀਂ ਕਹਿ ਸਕਦੇ, ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ। ਤਾਂ ਫਿਰ ਮਤਲਬ ਇੱਕ ਤਰ੍ਹਾਂ ਨਾਲ ਵੀ ਵਰਬਲੀ ਉਹ ਤਰੀਕ ਦੇਣ ਲਈ ਤਿਆਰ ਸੀਗੇ, ਹਾਂ, ਪਰ ਕੋਈ ਲਿਖਤੀ ਰੂਪ 'ਚ ਨਹੀਂ ਦੇਣ ਲਈ ਤਿਆਰ ਸੀ। ਤਾਂ ਉਦੋਂ ਬਾਅਦ ਕੋਈ ਸਾਡੀ ਡਾਇਰੈਕਟਲੀ ਕੋਈ ਗੱਲਬਾਤ ਉਹਨਾਂ ਨਾਲ ਨਹੀਂ ਹੋਈ, ਪ੍ਰਸ਼ਾਸਨ ਨਾਲ ਹਾਲੇ ਤੱਕ। ਅਤੇ ਕੱਲ੍ਹ ਦਾ ਸਾਡਾ ਪ੍ਰੋਗਰਾਮ ਹੈ ਜੀ ਇੱਥੇ, ਜਿੱਥੇ ਰਜਿਸਟਰ ਸਾਹਿਬ ਬਹਿੰਦੇ ਨੇ, ਇੱਥੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਐਡਮਿਨਿਸਟ੍ਰੇਟਿਵ ਬਲਾਕ ਆ ਜਿਹੜਾ, ਅਤੇ ਉਹਨੂੰ ਘੇਰਨ ਦਾ ਪ੍ਰੋਗਰਾਮ ਹੈ ਜੀ ਕੱਲ੍ਹ ਦਾ। ਇਹ ਕੱਲ੍ਹ ਨੂੰ ਕੀਤਾ ਜਾ ਰਿਹਾ ਜੀ। ਜਿਵੇਂ ਮੈਂ ਪਹਿਲਾਂ ਭੂਮਿਕਾ ਦੇ ਵਿੱਚ ਵੀ ਕਿਹਾ ਕਿ ਬਹੁਤ ਵੱਡੇ ਇਕੱਠ ਤਾਂ ਭਾਵੇਂ ਦੇਖਣ ਨੂੰ, ਕਿਉਂਕਿ ਤੁਹਾਡੇ ਵੱਲੋਂ ਕੀਤੇ ਵੀ ਨਹੀਂ ਗਏ ਹਾਲੇ ਤੱਕ, ਉਸ ਵੱਡੇ ਲੈਵਲ ਦੀ ਕਾਲ ਵੀ ਨਹੀਂ ਦਿੱਤੀ ਗਈ। ਕੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਕਰਨਾ ਪੈ ਸਕਦਾ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਇਸ ਵੇਲੇ ਰਵੱਈਆ ਹੈਗਾ? ਨਹੀਂ, ਇਕੱਠ ਦਾ ਮਸਲਾ ਇਹ ਹੈ ਵੀਰੇ ਵੀ ਇਕੱਠ ਅਸੀਂ ਇਦੋਂ ਪਹਿਲਾਂ 2 ਪ੍ਰੋਗਰਾਮ ਦਿੱਤੇ ਸੀਗੇ ਇਕੱਠ ਵਾਲੇ, ਉਹਨਾਂ ਦਿਨਾਂ 'ਚ ਇਕੱਠ ਹੋਏ ਸੀ, ਇਹੋ ਜਿਹੀ ਗੱਲ ਨਹੀਂ ਇਕੱਠ ਨਹੀਂ ਹੁੰਦੇ। ਬਾਕੀ ਜਿਹੜੀ ਤੁਸੀਂ ਗੱਲ ਕਹਿਣੀ ਉਹ ਵੀ ਘੱਟ ਸ਼ਮੂਲੀਅਤ ਆ ਵਿਦਿਆਰਥੀਆਂ ਦੀ, ਉਹਦਾ ਕਾਰਨ ਇਹ ਹੈ ਕਿ ਯੂਨੀਵਰਸਿਟੀ ਬੰਦ ਹੈ ਹਾਲੇ ਤੱਕ। ਤਾਂ ਇਹ ਵੀ ਇੱਕ ਨਾਲ ਡਿਮਾਂਡ ਹੈ ਸਾਡੇ, ਜੋ ਸਾਡਾ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਇੱਕ ਇਹ ਵੀ ਮੰਗ ਹੈਗੀ ਹੈ ਕਿ ਜਿਹੜੀ ਯੂਨੀਵਰਸਿਟੀ ਆ ਉਹ ਰੀਓਪਨ ਕੀਤੀ ਜਾਵੇ, ਕਿਉਂਕਿ ਚੰਡੀਗੜ੍ਹ ਦੇ ਕਾਲਜ ਜਿਹੜੇ ਉਹ ਖੋਲ੍ਹ ਦਿੱਤੇ ਗਏ ਨੇ, ਹੋਰ ਆਪਣੇ ਜਿਹੜੇ ਸਾਰੇ ਅਦਾਰੇ ਆ ਪੰਜਾਬ ਦੇ ਉਹ ਵੀ ਖੋਲ੍ਹ ਦਿੱਤੇ ਗਏ ਨੇ। ਤਾਂ ਫਿਰ ਯੂਨੀਵਰਸਿਟੀ ਬੰਦ ਕਿਉਂ ਰੱਖੀ ਜਾ ਰਹੀ ਹੈ? ਤਾਂ ਇਹ ਵੀ ਇੱਕ ਨਾਲ ਡਿਮਾਂਡ ਹੈ। ਜੇ ਵਿਦਿਆਰਥੀ ਆਉਣਗੇ ਤਾਂ ਹੀ ਲਾਮਬੰਦ ਹੋਣਗੇ ਨਾ, ਫੇਰ ਹੀ ਵੱਡੇ ਇਕੱਠ ਹੋਣਗੇ। ਵਜ੍ਹਾ ਇੱਕ ਇਹ ਵੀ ਹੋ ਸਕਦੀ ਕਿ ਜੇ ਵਿਦਿਆਰਥੀ ਆਉਣਗੇ ਤਾਂ ਇਕੱਠ ਵੱਡਾ ਹੋ ਸਕਦਾ ਜਾਂ ਪ੍ਰੋਟੈਸਟ ਵੱਡੇ ਹੋ ਸਕਦੇ, ਇਸ ਕਰਕੇ ਵੀ ਯੂਨੀਵਰਸਿਟੀ ਇਹੀ ਵਜ੍ਹਾ ਹੋਣੀ ਆ ਜੀ। ਫਿਰ ਹੋਰ ਤਾਂ ਕੋਈ ਵਜ੍ਹਾ ਹੈ ਨਹੀਂ, ਜਦੋਂ ਬਾਕੀ ਸਾਰੇ ਦੇਸ਼ ਦੇ ਵਿੱਚ ਸਾਰੀਆਂ ਚੀਜ਼ਾਂ ਨੋਰਮਲ ਨੇ, ਬਾਕੀ ਸਾਰਾ ਕੁਝ ਖੁੱਲ੍ਹਾ ਹੋਇਆ, ਸ਼ਾਪਿੰਗ ਮਾਲ ਖੁੱਲ੍ਹੇ ਹੋਏ ਨੇ, ਸਿਨੇਮੇ ਖੁੱਲ੍ਹੇ ਹੋਏ ਨੇ, ਬਾਜ਼ਾਰਾਂ ਦੇ ਵਿੱਚ ਭੀੜ ਹੈ, ਕੁੰਭ ਦੇ ਮੇਲੇ ਲੱਗ ਹਟੇ ਨੇ, ਤਾਂ ਫਿਰ ਯੂਨੀਵਰਸਿਟੀ ਕਿਉਂ ਬੰਦ ਹੈ? ਤਾਂ ਫਿਰ ਇਹੀ ਕੁਛ ਇਹੋ ਜਿਹੇ ਕਾਰਨ ਹੀ ਹੋਣਗੇ ਨਾ ਪਿੱਛੇ। ਬਿਲਕੁਲ, ਦਿੱਲੀ ਦੀਆਂ ਚੋਣਾਂ ਵੀ ਹੋ ਗਈਆਂ, ਰਿਜ਼ਲਟ ਵੀ ਆ ਗਏ, ਸਾਰਾ ਕੁਝ ਹੋ ਗਿਆ, ਪਰ ਯੂਨੀਵਰਸਿਟੀ ਕਿਉਂ ਬੰਦ ਹੈ? ਇਹ ਵੀ ਵੱਡਾ ਸਵਾਲ ਆ। ਹੁਸੈਨਪੁਰੀ ਸਾਹਿਬ ਬੈਠੇ ਨੇ। ਹੁਸੈਨਪੁਰੀ ਸਾਹਿਬ ਸਮਾਜ ਸੇਵਾ ਦੇ ਵਿੱਚ ਵੀ ਕਾਫੀ ਸਰਗਰਮ ਰਹਿੰਦੇ ਨੇ। 15,000 ਬੂਟੇ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਜਿਹੜਾ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਹਰਿਆ ਭਰਿਆ ਕੀਤਾ ਜਾਣਾ, ਪਰ ਇਸ ਤੋਂ ਬਿਨਾਂ ਸਮਾਜ ਸੇਵਾ ਉਹੀ ਹੁੰਦੀ ਹੈ ਜਿਹੜੀ ਹਰ ਮਾਮਲੇ ਤੇ, ਹਰ ਵਿਸ਼ੇ ਤੇ ਆ ਕੇ ਬੰਦਾ ਨਾਲ ਖੜ੍ਹ ਜਾਏ। ਹੁਸੈਨਪੁਰੀ ਸਾਹਿਬ, ਤੁਹਾਡੇ ਕੋਲੇ ਵੀ ਖਬਰਾਂ ਬਹੁਤ ਸਾਰੀਆਂ ਪਹੁੰਚਦੀਆਂ ਹੋਣਗੀਆਂ ਇਸ ਮਾਮਲੇ ਨੂੰ ਲੈ ਕੇ, ਰਵੱਈਏ ਨੂੰ ਕਿਵੇਂ ਜੇ ਦੇਖਦੇ ਹੋ? ਕਿਉਂਕਿ ਸਰਕਾਰਾਂ ਨਾਲ ਵੀ ਗੱਲਬਾਤ ਜਦੋਂ ਹੁੰਦੀ ਹੈ ਕੋਈ ਨਾ ਕੋਈ ਰਾਹ ਦੇ ਵਿੱਚ ਵਿਚੋਲਾ ਜ਼ਰੂਰ ਆਉਂਦਾ ਹੁੰਦਾ ਕਿ ਗੱਲ ਕਰ ਲਓ, ਪਰ ਇਸ ਮਾਮਲੇ ਦੇ ਵਿੱਚ ਐਸਾ ਵੀ ਕੁਛ ਨਹੀਂ ਹੈ। ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੋ ਸੈਂਟਰ ਦਾ ਰਵੱਈਆ ਪੰਜਾਬ ਪ੍ਰਤੀ, ਸਾਨੂੰ ਇਹਦੇ ਇਤਿਹਾਸ 'ਚ ਰੋਕਿਆ ਪਿੱਛੋਂ ਸਾਨੂੰ ਸਭ ਕੁਝ ਦੇਖਣਾ ਪਵੇਗਾ। ਜਦ 1947 ਵਿੱਚ ਪੰਜਾਬ ਹਿੰਦੁਸਤਾਨ ਆਜ਼ਾਦ ਹੋਇਆ
ਮੇਰੇ ਖਿਆਲ 'ਚ ਪੰਜਾਬ ਹੀ ਇੱਕ ਅਜਿਹਾ ਸੂਬਾ ਸੀ ਜਿਹਦੀ ਰਾਜਧਾਨੀ ਜਦ ਸ਼ਿਮਲਾ ਸੀ ਤੇ ਉਹਦਾ ਜਿਹੜਾ ਚੀਫ ਜਸਟਿਸ ਸੀ ਉਹ ਅੰਗਰੇਜ਼ ਸੀ। ਘੱਟੋ ਘੱਟ ਦੇਸ਼ ਆਜ਼ਾਦ ਹੋਣ ਤੋਂ 8-10 ਸਾਲ ਬਾਅਦ ਵੀ ਚੀਫ ਜਸਟਿਸ ਜਿਹੜਾ ਪੰਜਾਬ ਦਾ ਰਿਹਾ। ਇਹ ਪੰਜਾਬ ਦੇ ਨਾਲ ਵਧੀਕੀਆਂ ਅੱਜ ਤੋਂ ਨਹੀਂ, ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ ਬ੍ਰਿਟਿਸ਼ ਤੋਂ ਉਦੋਂ ਤੋਂ ਹੀ ਹੋ ਰਹੀਆਂ ਆ। ਉਸ ਤੋਂ ਬਾਅਦ ਆਪਣੇ ਪਾਣੀਆਂ ਦੇ ਮਸਲੇ ਤੇ ਚੰਡੀਗੜ੍ਹ ਦਾ ਮਸਲਾ ਜਿਹੜੀ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ। ਹੁਣ ਅੱਜ ਸਥਿਤੀ ਕੀ ਹੋ ਗਈ ਹੈ ਕਿ ਇਹ ਇੱਕ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਇੱਕੋ ਇੱਕ ਯੂਨੀਵਰਸਿਟੀ ਉਹਨੂੰ ਸੈਂਟਰ ਹਥਿਆਉਣਾ ਚਾਹੁੰਦੀ ਹੈ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਆਪਣਾ ਕੰਟਰੋਲ ਲੈ ਸਕੀਏ। ਉਹਦੇ ਤਹਿਤ ਹੀ ਜੋ ਇਹ ਸੈਨੇਟ ਦੀ ਚੋਣ ਆ ਉਹਦੇ ਵਿੱਚ ਰੁਕਾਵਟ ਪਾਉਣ ਲਈ ਉਹਨੂੰ ਡਿਲੇ ਕਰਕੇ, ਤਾਂ ਕਿ ਦੇਖੋ ਜੀ ਜਿਹੜੀ ਇਹ ਚੀਜ਼ ਹੈ ਨਾ ਰੂਹ ਨੂੰ ਹੌਲਾ ਘੱਟ ਕਰਨਾ, ਉਹਦੇ ਵਿੱਚ ਹਮੇਸ਼ਾ ਹੀ ਸਰਕਾਰਾਂ ਸਮਾਂ ਪਾਉਂਦੀਆਂ ਆ। ਉਹ ਇਸ ਵਾਰ ਕਰੂਗੇ ਵੀ ਇਹਨਾਂ ਨੂੰ 2-3 ਮਹੀਨੇ ਲਟਕਾ ਕੇ ਇਲੈਕਸ਼ਨ ਕਰਵਾਈ ਜਾਵੇ, ਫਿਰ ਸਮਾਂ ਆਊਗਾ ਵੀ ਇਹਨਾਂ ਨੂੰ ਸਾਲਾਂ ਬੱਧੀ ਲਟਕਾਓ ਤੇ 2-4 ਸਾਲ ਦੇ ਵਿੱਚ ਇਉਂ ਕਰਕੇ ਤੇ ਜਿਹੜਾ ਸਾਰਾ ਹੀ ਇਹਦਾ ਕਬਜ਼ਾ ਆਪਣੇ ਸਮੁੱਚੇ ਰੂਪ ਵਿੱਚ ਉਹ ਲੈ ਲੈਣ। ਤੇ ਇਹ ਜਿਹੜੀ ਪੰਜਾਬ ਦੇ ਔਰ ਸਾਡੇ ਚੰਡੀਗੜ੍ਹ ਤੋਂ ਜਿੰਨੇ ਵੀ ਇਹ ਨੌਜਵਾਨ ਜੋ ਇੱਥੇ ਪੜ੍ਹ ਰਹੇ ਹਨ ਔਰ ਸਾਡੀਆਂ ਸਾਰੀਆਂ ਸਿਆਸੀ ਤਰ੍ਹਾਂ ਸਮਾਜਿਕ ਜੋ ਧਾਰਮਿਕ ਸ਼ਖਸੀਅਤਾਂ ਹਨ, ਸਾਨੂੰ ਪੰਜਾਬੀਅਤ ਨੂੰ ਬਚਾਉਣ ਦੇ ਲਈ ਹਰ ਇੱਕ ਬੰਦੇ ਦਾ ਆਪਣਾ ਆਪਣਾ ਫਰਜ਼ ਪੂਰਾ ਕਰਦੇ ਹੋਏ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਜੀ। ਬਿਲਕੁਲ ਜੀ। ਤਾਂ ਮਾਨ ਸਾਹਿਬ ਵੀ ਸਾਡੇ ਨਾਲ ਹੈ, ਅਮਤੋਜ ਮਾਨ ਜੀ। ਮਾਨ ਸਾਹਿਬ, ਤੁਸੀਂ ਜਦੋਂ ਤੋਂ ਵੀ ਪ੍ਰੋਟੈਸਟ ਇੱਥੇ ਸ਼ੁਰੂ ਹੋਇਆ ਜਾਂ ਤੁਹਾਨੂੰ ਦਿੱਲੀ ਅੰਦੋਲਨ ਤੇ ਵੀ ਲੋਕ ਲਗਾਤਾਰ ਸੁਣਦੇ ਨੇ, ਦੇਖਦੇ ਨੇ, ਕਾਫੀ ਸੰਜੀਦਾ ਰਹਿੰਦੇ ਹੋ ਇਹਨਾਂ ਮਸਲਿਆਂ ਦੇ ਵਾਸਤੇ, ਪਰ ਇਸ ਮਾਮਲੇ ਦੇ ਵਿੱਚ ਸਪੈਸ਼ਲੀ ਕੀ ਸੋਚਦੇ ਹੋ? ਕਿਉਂਕਿ ਮਾਮਲਾ ਤਾਂ ਬੱਚਿਆਂ ਦਾ ਨਾ, ਬੱਚਿਆਂ ਦਾ ਜਿੱਥੇ ਪੜ੍ਹਾਈ ਦਾ ਮਾਮਲਾ, ਜਿੱਥੇ ਉਹਨਾਂ ਦੇ ਫਿਊਚਰ ਦਾ ਮਾਮਲਾ ਹੈ, ਉੱਥੇ ਹੀ ਸਰਕਾਰ ਕਿਸੇ ਹੋਰ ਪਾਸੇ ਤੋਂ ਸੋਚ ਰਹੀ ਹੈ ਕਿ ਇਹਨੂੰ ਹਥਿਆਇਆ ਕਿਸ ਤਰੀਕੇ ਜਾਵੇ। ਇਸ ਪੂਰੇ ਰਵੱਈਏ ਨੂੰ ਕਿਵੇਂ? ਇਹੀ ਸਭ ਤੋਂ ਵੱਡਾ ਮਸਲਾ ਹੈ। ਜੇ ਸਾਡੀ ਆਉਣ ਵਾਲੀ ਜਨਰੇਸ਼ਨ ਹੀ ਉਹ ਨਹੀਂ ਰਹੀ ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ, ਜਿਸ ਮਿੱਟੀ ਨੂੰ ਜਾਂ ਜਿਸ ਤਰ੍ਹਾਂ ਦੇ ਅਸੀਂ ਹੈ, ਤਾਂ ਫਿਰ ਫਾਇਦਾ ਕੀ ਰਹਿ ਗਿਆ, ਖੱਟਿਆ ਕੀ, ਹੈ ਨਾ। ਕੋਸ਼ਿਸ਼ ਆਹੀ ਹੋ ਰਹੀ ਹੈ ਕਿ ਇਹਨਾਂ ਦੀ ਹਿਸਟਰੀ, ਕਿਉਂਕਿ ਇਹ ਕੀ ਹੈ ਨਾ, ਸੈਨੇਟ ਦਾ ਮਤਲਬ ਕੀ ਹੈ? ਸੈਨੇਟ ਕੀ ਹੈ? ਸੈਨੇਟ ਪੂਰਾ ਯੂਨੀਵਰਸਿਟੀ ਚਲਾਉਂਦੀ ਹੈ। ਯੂਨੀਵਰਸਿਟੀ ਦੇ ਵਿੱਚ ਸਿਲੇਬਸ ਵੀ ਆਉਂਦਾ ਤੁਹਾਡਾ, ਫਿਰ ਅਸੀਂ ਰੌਲਾ ਹੀ ਪਾਉਂਦੇ ਫਿਰਾਂਗੇ ਆ ਸਾਡੀ ਹਿਸਟਰੀ ਬਦਲਤੀ, ਸਾਡੀ ਪੰਜਾਬੀ ਕਿੱਧਰ ਗਈ, ਫਿਰ ਪੰਜਾਬ ਯੂਨੀਵਰਸਿਟੀ ਬਦਲ ਗਈ। ਹੁਣ ਕੀ ਕਰ ਰਹੀ ਹੈ ਸੈਨੇਟ? ਪਹਿਲੀ ਇਹਨਾਂ ਨੇ ਜਿਹੜੀ ਕਮੇਟੀ ਬਣਾਈ, ਸਿਫਾਰਸ਼ਾਂ ਪਤਾ ਕੀ ਨੇ, ਕਿ ਜਿਹੜੇ 200 ਕਾਲਜ ਨੇ ਸਾਡੇ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਜਾਂ ਛੋਟੇ ਮੋਟੇ ਵੱਡੇ ਸਾਰਾ ਜੋੜ ਕੇ, ਇਹਨੇ ਕੀ ਹੈ ਨਾ 188 ਕਾਲਜ ਨੇ ਜਿਹੜੇ, ਉਹਨਾਂ ਨੂੰ ਇਸ ਯੂਨੀਵਰਸਿਟੀ ਤੋਂ ਬਾਹਰ ਕਰ ਦਿੱਤਾ ਜਾਵੇ। ਮਤਲਬ ਸਿਵਾਏ ਨੇੜੇ ਤੇੜੇ ਦੇ, ਉਹ 'ਚ ਫਿਰ ਬਾਕੀ ਪ੍ਰਦੇਸ਼ਾਂ ਦੇ ਵੀ ਆ ਜਾਣਗੇ, ਤਾਂ ਫਿਰ ਪੰਜਾਬ ਯੂਨੀਵਰਸਿਟੀ ਕਿਵੇਂ ਰਹੇਗੀ? ਇਹਦਾ ਕਾਰਨ ਕੀ ਹੈ? ਔਰ ਸੈਕਿੰਡ, ਯਾਰ ਦੁਨੀਆ ਇਸ ਪਾਸੇ ਵੱਧ ਰਹੀ ਹੈ ਕਿ ਡੈਮੋਕ੍ਰੈਟਿਕ ਹੋਵੋ, ਜਿਹਦੇ ਨਾਲ ਸਾਡੀ ਇੱਜ਼ਤ ਵਧੇ। ਇੱਥੇ ਜੋ ਡੈਮੋਕ੍ਰੈਟਿਕ ਹੈਗਾ ਉਹਨੂੰ ਨੋਮੀਨੇਟਡ ਬਣਾਉਣ ਨੂੰ ਫਿਰਦੇ ਹੋ ਤੁਸੀਂ, ਕਿਉਂ ਬਾਈ? ਇਸ ਲਈ ਕਿ ਤੁਸੀਂ ਆਪਦਾ ਏਜੰਡਾ ਲਾਗੂ ਕਰਨਾ ਹੈ। ਉਹ ਕਰ ਲਓ ਯਾਰ, ਤੂੰ ਚੰਗਾ ਏਜੰਡਾ ਲਾਗੂ ਕਰ ਲਓ, ਅਸੀਂ ਵੀ ਨਾਲ ਲੱਗ ਜਾਾਂਗੇ। ਸਭ ਤੋਂ ਕਮਾਲ ਦੀ ਗੱਲ ਹੈ, ਰੰਧਾਵਾ ਸਾਹਿਬ ਨੇ ਵੀ ਕਿਹਾ ਸੀ ਕਿ ਇਹਨਾਂ ਨੇ, ਕਿ ਜਿਹੜੇ ਡੈਮੋਕ੍ਰੇਸੀ ਨਾਲ ਖੁਦ ਚੁਣੇ ਹੋਏ ਲੋਕ ਨੇ ਉਹ ਅੱਗੇ ਨਹੀਂ ਚਾਹੁੰਦੇ ਡੈਮੋਕ੍ਰੇਸੀ ਨਾਲ ਲੋਕ ਚੁਣੇ ਜਾਣ। ਇਹਦਾ ਕੀ ਮਤਲਬ ਹੋਇਆ? ਉਹ ਯਾਰ ਤੁਸੀਂ ਇੱਕ ਵਧੀਆ ਤਰੀਕੇ ਨਾਲ, ਕੋਈ ਮੁਕਤਸਰ ਤੋਂ ਚੁਣ ਕੇ ਆਉਂਦਾ, ਮੁਕਤਸਰ ਸਾਹਿਬ ਤੋਂ, ਕੋਈ ਉੱਧਰ ਉੱਤਰਾਖੰਡ 'ਚੋਂ ਵੀ ਆਉਂਦਾ, ਦਿੱਲੀ 'ਚੋਂ ਵੀ ਆਉਂਦਾ, ਇੱਥੋਂ ਵੀ ਹੁੰਦਾ, ਕੋਈ ਅੰਮ੍ਰਿਤਸਰ ਸਾਹਿਬ ਵੱਲੋਂ ਆਉਂਦਾ, ਕੋਈ ਕਿੱਧਰੋਂ ਆਉਂਦਾ, ਉਹ ਆ ਕੇ ਆਪਦੇ ਮਸਲੇ ਦੱਸਦੇ ਨੇ। ਉਹਦੇ ਹਿਸਾਬ ਨਾਲ ਯੂਨੀਵਰਸਿਟੀ ਦੀ ਫੰਕਸ਼ਨਿੰਗ ਤੈਅ ਹੁੰਦੀ ਹੈ। ਤੁਸੀਂ ਉਹਨੂੰ ਬਦਲ ਦੇਣਾ ਚਾਹੁੰਦੇ, ਤੁਸੀਂ ਆਨੇ ਦਿੱਲੀ ਤੋਂ 20-30 ਬੰਦੇ ਆਉਣਗੇ, ਉਹ ਦੱਸਣਗੇ ਯੂਨੀਵਰਸਿਟੀ ਕਿਵੇਂ ਚੱਲੂਗੀ, ਤੇ ਫਿਰ ਆਪਾਂ ਇੱਥੇ ਡੈਮੋਕ੍ਰੇਸੀ ਹੌਲੀ ਹੌਲੀ ਬੰਦ ਹੀ ਕਰ ਦਿਓ। ਫਿਰ ਤਾਂ ਬਹਿ ਜਾਓ ਉੱਤੋਂ, ਬਸ ਚਲਾਈ ਚੱਲੋ, ਸਾਰਾ ਦੇਸ਼ ਐਂ ਹੀ ਚਲਾਈ ਚੱਲੋ। ਪ੍ਰੋਬਲਮ ਕੀ ਹੋ ਗਈ ਹੈ ਕਿ ਜਦੋਂ ਅਸੀਂ ਇਕੱਲੇ ਹੋ ਜਾਂਦੇ ਹਾਂ, ਤੁਸੀਂ ਹੁਣੇ ਕਿਹਾ ਕਿਸਾਨ ਅੰਦੋਲਨ ਤੇ ਵੀ ਸੀ, ਇੱਥੇ ਵੀ ਸੀ, ਜਦ ਕਿ ਮੇਰਾ ਕੰਮ ਤਾਂ ਫਿਲਮਾਂ ਬਣਾਉਣਾ ਹੈ। ਕਿਉਂ ਹੈ? ਇਹ ਸਾਨੂੰ ਨਵੀਂ ਰੀਤ ਚਲਾਉਣੀ ਪਊਗੀ ਕਿ ਜਿਸ ਕਿਸੇ ਦਾ ਵੀ ਮਸਲਾ ਹੋਵੇ ਅਸੀਂ ਸਾਰੇ ਆਈਏ, ਨਹੀਂ ਤਾਂ ਕੱਲਾ ਕਰਕੇ ਤੁਹਾਨੂੰ ਹਰਾ ਵੀ ਦੇਣਗੇ, ਭਜਾ ਵੀ ਦੇਣਗੇ। ਇਕੱਠੇ ਹੋਇਆ ਕਰੀਏ, ਇਕੱਠੇ ਹੋਈਏ ਔਰ ਇਕੱਠੇ ਹੋ ਕੇ ਉਹਨੂੰ ਰਿਐਕਟ ਕਰੀਏ, ਤਾਂ ਜੋ ਸਾਡੇ ਕਿਹੜੇ ਘਰ ਨੇ ਛੋਟੇ, ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਹੀ ਸੀ, ਹੁਣ ਵੀ ਕਹਿਣਾ, ਮੈਂ ਇਸ ਗੱਲ ਨੂੰ ਹੁਣ ਕਹਿਣਾ ਵੀ ਵਾਰ-ਵਾਰ, ਕਿ ਪਿੰਡ ਸਾਡੇ ਕਦੋਂ ਬਣੇ ਸੀ? ਜਦੋਂ ਲੁਟੇਰੇ ਡਾਕੂ ਆਉਂਦੇ ਹੁੰਦੇ ਸੀ ਤਾਂ ਲੋਕ ਇਕੱਲੇ ਰਹਿੰਦੇ ਹੁੰਦੇ ਸੀ, ਤਾਂ ਇਕੱਠੇ ਹੋ ਕੇ ਰਹਿਣ ਲੱਗ ਗਏ ਕਿ ਯਾਰ ਡਾਕੂਆਂ ਤੋਂ ਬਚ ਗਏ। ਇਹ ਹੁਣ ਨਵੀਂ ਕਿਸਮ ਦੇ ਡਾਕੂ ਆ ਗਏ ਨੇ, ਜੋ ਕਿਤੇ ਕਿਸਾਨਾਂ 'ਤੇ ਹਮਲਾ ਕਰਦੇ ਨੇ, ਕਿਸੇ ਦੇ ਘਰ 'ਤੇ, ਕਿਤੇ ਸਟੂਡੈਂਟਾਂ ਦੇ ਘਰ 'ਤੇ, ਕਿਸੇ ਹੋਰ ਦੇ ਘਰ 'ਤੇ, ਕਿਤੇ ਫਿਲਮ ਵਾਲਿਆਂ ਦੇ ਘਰ 'ਤੇ। ਸਾਰੇ ਇਕੱਠੇ ਹੋ ਜਾਓ ਜੇ ਬਚਣਾ ਇਹਨਾਂ ਡਾਕੂਆਂ ਤੋਂ। ਤਾਂ
ਆਪਦਾ ਘਰ ਫੇਰ ਹੀ ਬਚੂਗਾ ਜੇ ਸਾਰੇ ਇਕੱਠੇ ਹੋਵਾਂਗੇ ਤਾਂ। ਤੇ ਜੇ ਅੱਡੋ ਅੱਡ ਰਹਿ ਜੂਗੇ ਤੁਹਾਨੂੰ ਮਾਰ ਮਰਾ ਕੇ ਇਹ ਆਪਦੇ ਹਿਸਾਬ ਨਾਲ ਸਾਰਾ ਕੁਝ ਚਲਾਉਣਗੇ ਔਰ ਉਹਦਾ ਫਾਇਦਾ ਵੀ ਨਹੀਂ ਹੋਣਾ, ਨੁਕਸਾਨ ਹੋਊਗਾ। ਪਤਾ ਕੀ ਹੈ, ਇੱਕ ਕਲਰ ਕਿੰਨਾ ਵੀ ਚੰਗਾ ਹੋਵੇ, ਇੱਕ ਰੰਗੀ ਚੀਜ਼ ਨਹੀਂ ਚੰਗੀ ਲੱਗਦੀ। ਇਹ ਗੁਲਦਸਤਾ ਹੈ, ਇਹਨੂੰ ਐ ਰਹਿਣ ਦਿਓ। ਕੇਰਲਾ ਤੋਂ ਆ ਕੇ ਬੰਦਾ ਸਾਨੂੰ ਨਹੀਂ ਦੱਸ ਸਕਦਾ ਪੰਜਾਬ ਕਿਵੇਂ ਚੱਲੂਗਾ, ਇਹ ਪੰਜਾਬ ਵਾਲਿਆਂ ਨੂੰ ਹੀ ਪਤਾ ਹੈ ਨਾ। ਅਸੀਂ ਨਹੀਂ ਕੇਰਲਾ ਜਾ ਰਹੇ, ਅਸੀਂ ਨਹੀਂ ਮਹਾਰਾਸ਼ਟਰ ਜਾ ਰਹੇ, ਅਸੀਂ ਨਹੀਂ ਬੰਗਾਲ ਜਾ ਰਹੇ। ਅਸੀਂ ਇਹਨੇ ਯਾਰ ਸਾਨੂੰ ਸਾਡਾ ਚਲਾ ਲੈਣ ਦਿਓ, ਉਹਨਾਂ ਨੂੰ ਉਹਨਾਂ ਦਾ ਚਲਾਉਣ ਦਿਓ, ਔਰ ਇਹ ਰਲ ਮਿਲ ਕੇ ਜਦੋਂ ਚੱਲੂਗਾ ਨਾ ਕਮਾਲ ਦੇ ਲੈਵਲ ਤੇ ਪਹੁੰਚਾਂਗੇ। ਨਹੀਂ ਪਰ ਉਹਨਾਂ ਨੂੰ ਇਹ ਮਨਜ਼ੂਰ ਨਹੀਂ। ਚਲੋ ਆਪਾਂ ਇਸ ਵਿਸ਼ੇ ਤੇ ਵੀ ਕਰਾਂਗੇ। ਪਰ ਮਾਨ ਸਾਹਿਬ ਕਿੰਨੀ ਕੁ ਦੂਰੀ ਆ ਹਾਲੇ ਇਕੱਠੇ ਹੋਣ ਵਾਸਤੇ? ਦੂਰੀ ਕੁਝ ਜ਼ਿਆਦਾ ਹੈ ਕਿ ਨੇੜਤਾ ਵੱਧ ਰਹੀ ਹੈ, ਹੋ ਰਿਹਾ ਹੈ? ਤੁਸੀਂ ਨੇੜੇ ਕਰਤੀ ਹੈ ਦੂਰੀ, ਤੁਹਾਡੇ ਤੁਸੀਂ ਸਾਰਿਆਂ ਨੇ ਆ ਕੈਮਰਿਆਂ ਰਾਹੀਂ ਨੇੜੇ ਕਰਤੀ ਹੈ। ਗੱਲ ਪਹੁੰਚਦੀ ਬਹੁਤ ਫਾਸਟ ਹੈ, ਲੋਕਾਂ ਤੱਕ ਗੱਲ ਪੁੱਜ ਵੀ ਜਾਂਦੀ ਹੈ। ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਨਾ ਹੁੰਦੇ, ਇਹ ਤੁਸੀਂ ਸਾਹਮਣੇ ਬੈਠੇ ਹੋ ਇਸ ਲਈ ਨਹੀਂ ਮੈਂ ਐਪਰੀਸ਼ੀਏਟ ਕਰ ਰਿਹਾ, ਤੁਸੀਂ ਨਾ ਹੁੰਦੇ ਕਿਸਾਨ ਅੰਦੋਲਨ ਨੂੰ ਵੀ ਐਡਾ ਵੱਡਾ ਹੋਣ 'ਚ ਟਾਈਮ ਲੱਗ ਜਾਣਾ ਸੀ ਤੇ ਸ਼ਾਇਦ ਇਹ ਪਹਿਲਾਂ ਹੀ ਕੁਝ ਕਰ ਜਾਂਦੇ। ਇਹ ਲੋਕਾਂ ਤੱਕ ਗੱਲ ਪਹੁੰਚਦੀ ਹੈ, ਸਾਨੂੰ ਬੋਲਣਾ ਪਊਗਾ ਆ ਕੇ। ਸਾਨੂੰ ਆਪਦੇ ਜਿਹੜੇ ਅੰਦਰ ਰੋਕੀ ਬੈਠੇ ਆ ਨਾ ਵਲਵਲੇ, ਇਹ ਬਾਹਰ ਕੱਢਣੇ ਪੈਣਗੇ, ਡਿਸਕਸ ਕਰਨੇ ਪੈਣਗੇ। ਔਰ ਇਹ ਜ਼ਰੂਰੀ ਨਹੀਂ ਜੋ ਮੈਂ ਬੋਲ ਰਿਹਾ ਉਹੀ ਸਹੀ ਹੋਵੇ ਯਾਰ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਸਿੱਖੂੰਗਾ। ਸਾਹਮਣੇ ਬੈਠੇ ਨੇ ਭਾਈ ਸਾਹਿਬ ਮੈਨੂੰ ਸਿਖਾ ਦੇਣਗੇ, ਮੈਨੂੰ ਖੁਦ ਹੀ ਅਹਿਸਾਸ ਹੋ ਜਾਊਗਾ ਯਾਰ ਮੇਰੀ ਆਹ ਗੱਲ ਗਲਤ ਨਹੀਂ, ਆਹ ਗੱਲ ਸਹੀ ਹੈ। ਸੋ ਬਹਿ ਕੇ ਜਿਹੜਾ ਸਾਡਾ ਇੱਕ ਸੰਗਤ ਦਾ ਕਲਚਰ ਸੀ ਨਾ, ਸੰਗਤ ਦਾ ਕਲਚਰ, ਮੈਂ ਕਦੇ ਰਵਾਇਤਾਂ ਬੜੀਆਂ ਚੰਗੀਆਂ ਹੁੰਦੀਆਂ ਨੇ। ਅਸੀਂ ਇੱਕ 5 ਪਿਆਰਿਆਂ ਦਾ ਕਨਸੈਪਟ ਲੈ ਕੇ ਆਏ ਸੀਗੇ। 5 ਪਿਆਰੇ ਤਾਂ ਪਰਮੇਸ਼ਵਰ ਹੋ ਗਿਆ, ਤੇ ਜੇ ਇੰਨੇ ਹੋਵਾਂਗੇ ਤਾਂ ਫਿਰ ਕਿੰਨੇ? ਇਹਨੂੰ ਸਹੀ ਵੇ ਨਾਲ ਲਈਏ ਔਰ ਰਿਐਕਟ ਕਰੀਏ। 5 ਇਹਦਾ ਮਤਲਬ ਇਹ ਨਹੀਂ ਕਿ ਵਾਹ ਬਹਿ ਕੇ, ਪਰ ਬਹਿ ਕੇ ਜੇ ਜੁੱਤੋ ਜੁੱਤੀ ਹੋ ਨਾ ਫਿਰ ਕੋਈ ਫਾਇਦਾ ਨਹੀਂ ਬੈਠਣ ਦਾ। ਬਹਿ ਕੇ ਵਿਚਾਰਾਂ ਦੀ ਸਾਂਝ ਪਾਓ। ਇਹ ਜਿਹੜੇ ਸੀ ਨਾ ਕਿਰਤਕਾਰ ਤੇ ਵੰਡ ਛਕ, ਕਿਰਤ ਕੱਲਾ ਖੇਤੀ ਨਾਲ ਨਾ ਜੋੜੋ। ਮੈਂ ਤਾਂ ਅੱਜ ਦੀ ਡੇਟ 'ਚ ਨਾ ਕਿਰਤ ਬੁੱਧੀਮਾਨੀ ਵੀ ਕਿਰਤ ਹੈ, ਡਿਸਕਸ਼ਨ ਵੀ ਕਿਰਤ ਹੈ, ਹਰ ਕੰਮ ਕਿਰਤ ਹੈ। ਔਰ ਜੇ ਉਹ ਚੰਗਾ ਉਹਨੂੰ ਵੰਡੋ ਵੀ, ਡਿਸਕਸ ਵੀ ਕਰੋ, ਹਰ ਇੱਕ ਤੱਕ ਪਹੁੰਚਾਓ। ਔਰ ਫਿਰ ਵੇਖੋ ਜੇ ਸਾਰੀਆਂ ਚੀਜ਼ਾਂ ਸਹੀ ਹੋਣਗੀਆਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਨਾ ਹੋ ਆ ਬਿੱਲੇ ਹਰਿਆਣਾ ਸ਼ੁਰੂ ਪਹਿਲਾਂ ਸੋਚੀ ਸੀ, ਆਪਣੇ ਰੰਧਾਵਾ ਸਾਹਿਬ ਹੋਰਾਂ ਨੇ ਸੋਚਿਆ ਸੀ, ਸੈਨੇਟ ਦੇ ਸਭ ਤੋਂ ਪੁਰਾਣੇ ਮੈਂਬਰ ਨੇ। ਇਹਨਾਂ ਨੇ ਆ ਕੇ, ਮੈਂ ਇਹਨਾਂ ਤੋਂ ਪੁੱਛਿਆ, ਮੈਂ ਕਿਹਾ ਮੈਨੂੰ ਡਿਟੇਲ ਤਾਂ ਸਮਝਾਓ ਜ਼ਰਾ ਕੀ ਹੈ। ਫਿਰ ਸਮਝਿਆ ਮੈਂ ਪੂਰੀ ਮੋਟੇ ਲੈਵਲ ਤੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ, ਲੇਕਿਨ ਜਦੋਂ ਵੀ ਕਿਸੇ ਮਸਲੇ ਦੇ ਵਿੱਚ ਸ਼ਾਮਲ ਹੋਵੋ ਤਾਂ ਫਿਰ ਤੁਹਾਨੂੰ ਉਹਦੀ A ਤੋਂ ਲੈ ਕੇ Z ਤੱਕ ਪਤਾ ਹੋਣਾ ਚਾਹੀਦਾ। ਨਹੀਂ, ਜਾਣਕਾਰੀ ਵੀ ਜ਼ਰੂਰੀ ਹੈ। ਫਿਰ ਤੁਸੀਂ ਉਹਦਾ ਇੱਕ ਆਪ ਦਾ ਪੁਆਇੰਟ ਆਫ ਵਿਊ ਵੀ ਕੱਢ ਸਕੋ ਕਿ ਯਾਰ ਇਹ ਐਂ ਆ ਤਾਂ ਐਂ ਆ ਤਾਂ ਐਂ, ਤਾਂ ਇਹਦਾ ਮਤਲਬ ਕੀ ਹੈ। ਕਿਉਂਕਿ ਸੰਗਤ ਦਾ ਮਤਲਬ ਆਹੀ ਹੁੰਦਾ ਹੈ ਕਿ 1 ਤੋਂ 2, 2 ਤੋਂ 4। ਔਰ ਜਦੋਂ ਤੁਸੀਂ, ਕਿਉਂਕਿ ਕਦੇ ਵੀ ਮੈਂ ਨਹੀਂ ਹੁੰਦਾ, ਤੂੰ ਨਹੀਂ ਹੁੰਦਾ, ਰਲ ਮਿਲ ਕੇ ਮੈਂ ਤੂੰ ਰਲ ਕੇ ਵੱਡੇ ਬਣਦੇ ਨੇ। ਸੋ ਆਈ ਤੋਂ ਵੂਈ ਤੱਕ ਦਾ ਸਫ਼ਰ ਹੈ ਨਾ ਜਿਹੜਾ, ਉਹ ਜਿੰਨੀ ਛੇਤੀ ਤੈਅ ਕਰਾਂਗੇ ਆਪਦੇ ਸਟੇਟ ਨੂੰ, ਆਪਦੇ ਦੇਸ਼ ਨੂੰ ਬਚਾ ਲਾਂਗੇ। ਨਹੀਂ ਤਾਂ ਆਹੀ ਕੁਛ ਹੋਣਾ ਹੈ, ਕਿਤੇ ਉੱਤੇ ਕਿਸਾਨ ਬੈਠੇ ਨੇ, ਉੱਧਰ ਕਿਤੇ ਮਜ਼ਦੂਰ ਬੈਠੇ ਨੇ, ਇੱਥੇ ਇਹ ਸਟੂਡੈਂਟ ਬਹਿ ਗਏ ਵਿਚਾਰੇ। ਅੱਜ ਕੱਲ੍ਹ ਤੁਹਾਨੂੰ ਪਤਾ ਕੀ ਹੋਇਆ, ਮੋਨੇਟਾਈਜੇਸ਼ਨ ਵਾਲਾ। ਜਿੰਨੀਆਂ ਸਰਕਾਰ ਦੀਆਂ ਚੀਜ਼ਾਂ ਨੇ ਆਪਦੀਆਂ, ਚਾਹੇ ਉਹ ਹਾਈਵੇਜ਼ ਹੀ ਹੋਣ, ਉਹ ਸਰਕਾਰੀ ਕੰਪਨੀਆਂ ਨੂੰ ਦਿੱਤੇ ਜਾਣਗੇ। ਹੋਣਾ ਕੀ ਪਊਗਾ? ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਔਰ ਨਿਕਲ ਜਾਂਦੀਆਂ ਸੀ, ਸਾਨੂੰ ਪਤਾ ਹੀ ਨਹੀਂ ਲੱਗਦਾ ਸੀ। ਹੁਣ ਇਹਨਾਂ ਦਾ ਪਤਾ ਲਾਉਣਾ ਪਊਗਾ। ਸਾਡੇ ਫਿਲਮ ਵਾਲਿਆਂ 'ਚ ਇੱਕ ਸੈਂਸਰ ਦਾ ਨਵਾਂ ਰਿਵਾਜ ਬਣਾਤਾ ਇਹਨਾਂ ਨੇ ਕਿ ਜੇ ਕੋਈ ਫਿਲਮ ਦੇ ਉੱਤੇ 4 ਲੋਕ ਇਤਰਾਜ਼ ਕਰਨਗੇ ਤਾਂ ਉਸ ਫਿਲਮ ਨੂੰ ਵਾਪਸ ਬੁਲਾ ਸਕਦੀ ਸਰਕਾਰ। ਤੇ 4 ਲੋਕ ਕਿਸੇ ਵੀ ਪੋਲੀਟੀਕਲ ਪਾਰਟੀ ਲਈ ਜਾਂ ਮੌਜੂਦਾ ਸਰਕਾਰ ਲਈ ਖੜੇ ਕਰਨੇ ਕਿੰਨੇ ਔਖੇ ਨੇ। ਤਾਂ ਫਿਰ ਫਰੀडम ਆਫ ਐਕਸਪ੍ਰੈਸ਼ਨ ਕਿੱਧਰ ਗਈ? ਜੇ ਤੁਹਾਨੂੰ ਪੁੱਛ ਕੇ ਆਉਣਾ ਹੋਵੇ ਡਿਪਟੀ ਕਮਿਸ਼ਨਰ ਤੋਂ ਕਿ ਮੇਰੀ ਬਾਈਟ ਲੈਣੀ ਹੈ, ਮੈਂ ਕਿੰਨਾ ਕੁ ਪੁੱਛਾਂ ਉਹ ਕੀ ਬੋਲਣ ਤੇ ਤੂੰ ਮੇਰੀ ਬਾਈਟ ਸਵਾਲ ਲਾਏਂਗਾ ਯਾਰ? ਫਰੀडम ਆਫ ਐਕਸਪ੍ਰੈਸ਼ਨ ਕਿੱਧਰ ਗਿਆ? ਸੋ ਇਹ ਫਰੀडम ਆਫ ਐਕਸਪ੍ਰੈਸ਼ਨ ਸਿਰਫ ਮੇਰੀ ਜ਼ਿੰਮੇਵਾਰੀ ਨਹੀਂ, ਉਹ ਇਹਨਾਂ ਦੀ ਵੀ ਹੈ, ਇਹਨਾਂ ਦੀ ਵੀ ਹੈ। ਸੋ ਸਟੂਡੈਂਟ ਇਹਨਾਂ ਦੀ ਜ਼ਿੰਮੇਵਾਰੀ ਨਹੀਂ, ਸਾਰਿਆਂ ਦੀ ਹੈ। ਕਿਸਾਨ ਕੱਲੀ ਦਿੱਲੀ ਵਾਲਿਆਂ ਦੀ ਨਹੀਂ ਕਿ ਆਪਣੀ ਸਾਰਿਆਂ ਦੀ ਹੈ। ਸੋ ਸਾਨੂੰ ਇੱਕ ਦੂਜੇ ਦੇ ਮਸਲੇ ਸਮਝਣੇ ਵੀ ਪੈਣਗੇ। ਇਹਨੂੰ ਹੀ ਹੈਲਦੀ ਡੈਮੋਕ੍ਰੇਸੀ ਕਿਹਾ ਜਾਂਦਾ ਹੈ, ਜਾਂ ਪ੍ਰਫੁੱਲਤ ਸੁਸਾਇਟੀ ਜਾਂ ਸਮਾਜ, ਜਾਂ ਜੋ ਵੀ ਤੁਸੀਂ ਕਹਿ ਲਓ, ਲੋਕ ਆਪਾਂ ਇਕੱਠੇ ਹੋ ਕੇ ਰਹਿੰਦੇ ਜਿਹੜੇ, ਇਹਨੂੰ ਹੀ ਕਿਹਾ ਜਾਂਦਾ ਹੈ। ਅਸੀਂ ਰਿਐਕਟ ਕਰਨਾ ਸਿੱਖੀਏ। ਜਿਉਂਦੀਆਂ ਕੌਮਾਂ ਤੇ ਬੰਦੇ ਰਿਐਕਟ ਕਰਦੇ ਨੇ, ਔਰ ਰਿਐਕਟ ਕੀਤਾ ਜਾਂਦਾ ਸਮਝ ਕੇ ਕੀ ਹੋ ਰਿਹਾ, ਗਲਤ ਕੀ ਹੈ, ਸਹੀ ਕੀ ਹੈ, ਉਹਨੂੰ ਪਰਖੋ, ਸਮਝੋ, ਸੰਗਤ 'ਚ ਬਹਿ ਕੇ ਡਿਸਕਸ ਕਰੋ, ਔਰ ਫਿਰ ਜੋ ਸਹੀ ਗੱਲ ਹੈ ਉਹਨੂੰ ਰਿਐਕਟ ਕਰੋ। ਔਰ ਫਿਰ ਰਿਐਕਟ ਕਰੋਗੇ, ਇਹਨਾਂ ਦੀ ਮਜਾਲ ਨਹੀਂ ਹੈ ਨਾ ਮੰਨਣ। ਆ ਤੁਸੀਂ ਸਿਰਾਂ ਦੀ ਗੱਲ ਕਰ ਰਹੇ ਸੀ ਨਾ, ਤੇ ਹੁੰਦੇ ਤਾਂ ਵੇਖੋ ਜੇ ਤੇ ਕਿਹੜੀਆਂ ਪਾਰਟੀਆਂ ਦੇ ਬੰਦੇ ਨਹੀਂ ਆ ਚੁੱਕੇ, ਕਿਉਂ ਆ ਗਏ ਨੇ? ਮੈਂ ਕੱਲ ਪਰਸੋਂ ਸੀ, ਮੈਂ ਤੇ ਲੱਖਾ ਸੀ ਇੱਕ ਜਗ੍ਹਾ ਤੇ, ਮੈਂ ਬੋਲ ਰਿਹਾ ਸੀ ਉੱਥੇ, ਮੈਂ ਕਿਹਾ ਤੁਸੀਂ ਆਨੇ ਆਲਟਰਨੇਟਿਵ। ਇੱਕ ਤਾਂ ਅਸੀਂ ਇਹ ਸਮਝ ਲਿਆ ਕਿ ਸਿਵਾਏ ਸਰਕਾਰ ਦੇ ਕੁਝ ਨਹੀਂ ਹੋ ਸਕਦਾ। ਕੌਣ ਉਹਦਾ ਨਹੀਂ ਹੋ ਸਕਦਾ? ਸਰਕਾਰ ਕਿਹਦੀ ਆ ਹੁਣ? ਇੱਥੇ ਅਮਰਿੰਦਰ ਸਿੰਘ ਹੋਰਾਂ ਦੀ,
ਦਿੱਲੀ 'ਚ ਮੋਦੀ ਦੀ, ਤੇ ਰੌਲਾ ਪਾਰਲੀਮੈਂਟ 'ਚ ਇਹ ਪਿਆ ਹੋਇਆ ਕਿ ਕਿਸਾਨਾਂ ਦੇ ਨਾਲ ਕਿਹੜਾ ਖੜਾ ਦੱਸ ਦਈਏ ਰੌਲਾ ਪਾ ਕੇ। ਕਿਉਂ? ਕਿਉਂਕਿ ਲੋਕ ਜਿਹੜੀ ਅਸਲ ਸ਼ਕਤੀ ਹੁੰਦੇ ਨੇ ਉਹ ਇਕੱਠੇ ਹੋ ਗਏ ਨੇ ਬਾਰਡਰਾਂ ਤੇ। ਉਹ ਆਂਦੇ ਨੇ ਕਿ ਬਿੱਲ ਰੱਦ ਹੋਣੇ ਚਾਹੀਦੇ ਤੇ MSP ਦੇ ਕਾਨੂੰਨ ਬਣਨਾ ਚਾਹੀਦਾ। ਜਿਸ ਦਿਨ ਲੋਕ ਇਕੱਠੇ ਹੋ ਜਾਂਦੇ ਇਹਨਾਂ ਦੀ ਹਿੰਮਤ ਕੀ ਨਾ ਮੰਨਣ। ਮੰਨ ਲਓ ਆਪਾਂ ਚੁਣ ਕੇ ਆਲਟਰਨੇਟਿਵ ਲੈ ਆਂਦੇ, ਜੋ ਵੀ ਲੈ ਆਂਦੇ, ਤੁਹਾਨੂੰ ਲੈ ਆਂਦਾ ਤੇ ਗੰਦਾ ਨਿਕਲ ਗਿਆ, ਫਿਰ ਕੀ ਕਰਾਂਗੇ? ਪ੍ਰਾਈਵੇਟ ਇੰਡੀਵਿਜੂਅਲ ਗੰਦਾ ਹੋ ਸਕਦਾ ਹੈ, ਕੋਈ ਵੀ ਹੋ ਸਕਦਾ, ਲਾਲਚ ਵਸ਼ ਡਰਾਇਆ ਜਾ ਸਕਦਾ, ਕੁਝ ਹੋਰ ਹੋ ਸਕਦਾ। ਇਸ ਤੋਂ ਬਿਹਤਰ ਨਹੀਂ ਕਿ ਜਿਹੜੇ ਚੁਣਦੇ ਨੇ, ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਨੇ, ਉਹੀ ਚੰਗੇ ਔਰ ਸਮਝਦਾਰ ਹੋ ਜਾਣ। ਉਹ ਇੱਕ ਜਾਊ, ਦੂਜਾ ਆਊ, ਤੀਜਾ ਆਊ, ਚੌਥਾ ਜਾਊ। ਖੁਦ ਪ੍ਰੈਸ਼ਰ ਕ੍ਰੀਏਟ ਕਰਨਾ ਆਉਣਾ। ਤੁਹਾਨੂੰ ਕੀ ਲੱਗਦਾ ਕੈਨੇਡਾ ਕੱਲੇ ਟਰੂਡੋ ਨੇ ਅੱਛਾ ਕਰਤਾ ਜਾਂ ਜੋ ਹੈ ਆਪਣਾ ਅਮਰੀਕਾ ਬਿਡਨ ਹੀ ਚੰਗਾ ਕਰੀ? ਨਹੀਂ, ਉੱਥੋਂ ਦੇ ਲੋਕ ਚੰਗਾ ਕਰਦੇ ਨੇ। ਜਿਹੜਾ ਵੀ ਆਊ ਚੰਗਾ ਆਊ, ਉਹਨਾਂ ਦੀ ਗੱਲ ਕਰਕੇ ਆਉਣਾ ਪਊ। ਕਿਤੇ ਅਸੀਂ ਪੁੱਛਿਆ ਯਾਰ ਸਾਡਾ ਮੈਨੀਫੈਸਟੋ ਕੀ ਹੋਊਗਾ? ਉਸ ਮੈਨੀਫੈਸਟੋ ਦੇ ਵਿੱਚ ਅਸੀਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਕਿੰਨੇ ਚਿਰ 'ਚ ਪੂਰੀਆਂ ਹੋਣਗੀਆਂ? ਪੁੱਛਿਆ ਕਿਤੇ? ਉਦੋਂ ਤਾਂ ਅਸੀਂ ਛਿੱਤਰ ਲਾ ਲੈਂਦੇ ਹਾਂ, ਮੇਰਾ ਇਹਦੇ ਨਾਲ ਕੇਸ ਚੱਲਦਾ, ਇਹਨੇ ਥਾਣੇਦਾਰ ਲਈ ਗਿਆ, ਮੇਰਾ ਮਾਸੜ ਆ ਗਿਆ, ਮੇਰਾ ਫੁੱਫੜ ਆ ਗਿਆ। ਇਹਨਾਂ ਗੱਲਾਂ ਤੋਂ ਬਾਹਰ ਨਿਕਲਣਾ ਪਊਗਾ। ਹਰ ਗੱਲ ਤੇ ਆ ਮੋਦੀ ਮਾੜਾ, ਆ ਬਾਦਲ ਮਾੜਾ, ਅਮਰਿੰਦਰ ਮਾੜਾ, ਆ ਨਹੀਂ ਅਸੀਂ ਮਾੜੇ ਆ ਸਭ ਤੋਂ ਜ਼ਿਆਦਾ ਤਾਂ ਜਿਹੜੇ ਇਹਨਾਂ ਨੂੰ ਚੁਣਦੇ ਰਹੇ ਆ। ਸੋਚ ਕੇ ਬੁਲਾਓ, ਸੋਚ ਕੇ ਚੁਣੋ, ਡਿਸਕਸ ਕਰੋ ਗੱਲਾਂ। ਉਦੋਂ ਦਾ ਅਸੀਂ ਆਣੇ ਮੇਰਾ ਪਰਸਨਲ ਕੰਮ, ਫਿਰ ਆਖ ਦਿੰਦੇ ਉਦੋਂ ਜਨਤਕ ਕਿਉਂ ਨਹੀਂ ਹੁੰਦੇ? ਉਦੋਂ ਪਿੰਡ ਦੀ ਤਰੱਕੀ ਦਾ ਕਿਉਂ ਨਹੀਂ ਸੋਚਦੇ? ਚਲੋ ਇਹ ਤਾਂ ਵੱਡੇ ਨੇ, ਕਿਤੇ ਪਿੰਡ ਦੇ ਵਿੱਚ ਸਰਪੰਚ ਗ੍ਰਾਂਟ ਖਾ ਜਾਂਦਾ, ਕਿਤੇ ਮਸਲਾ ਉਠਾਇਆ? ਹਰ ਪਿੰਡ ਦਾ ਸਰਪੰਚ ਗ੍ਰਾਂਟ ਖਾਂਦਾ? ਨਹੀਂ ਖਾਂਦਾ? ਦੱਸੋ ਮੈਨੂੰ। ਉਦੋਂ ਅਸੀਂ ਕਿੱਧਰ ਚਲੇ ਜਾਂਦੇ ਹਾਂ? ਹਿੰਮਤ ਉਦੋਂ ਸਾਡੀ ਹਿੰਮਤ ਜਵਾਬ ਕਿਉਂ ਦੇ ਜਾਂਦੀ ਹੈ? ਕਿਉਂ ਨਹੀਂ ਬੋਲਦੇ ਉਦੋਂ? ਸਿਰਫ ਗੱਲਾਂ ਕਰ ਲੀਆਂ ਜਾਂ ਅਸੀਂ ਆਪਦੇ ਸਵਾਰਥਪੂਰ ਦਾ ਹਰ ਜਗ੍ਹਾ ਤੇ ਸਵਾਰਥ ਭਾਲਦੇ ਹਾਂ। ਮੈਂ ਕੁਛ ਕੱਢ ਲਾਂ, ਮੈਂ ਕੁਛ ਵਿੱਚੋਂ ਕੱਢ ਲਾਂ। ਮੈਨੂੰ ਪਤਾ ਨਹੀਂ 1000 ਬੰਦਾ ਕਹਿ ਚੁੱਕਿਆ ਹੋਣਾ, ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿ ਚੁੱਕੇ ਨੇ ਬਾਈ ਜੀ ਰਾਜਨੀਤੀ 'ਚ ਆ ਰਹੇ ਹੋ। ਮੈਂ ਕਿਹਾ ਕਿਉਂ? ਮਤਲਬ ਐਂ ਆਉਣਾ ਰਾਜਨੀਤੀ 'ਚ ਆਉਣਾ ਹੀ ਹੈ। ਇਸ ਧਾਰਨਾ ਨੂੰ ਬਦਲਣਾ ਪਊਗਾ। ਔਰ MLA ਮੈਂ ਤੁਹਾਨੂੰ ਦੱਸਾਂ, ਜਿਸ ਦਿਨ ਅਸੀਂ MLA ਮੰਤਰੀ ਨੂੰ ਟਕਰਾਉਣ ਲੱਗੇ ਨਾ, ਨਹੀਂ ਬਣਨਾ, ਉਸ ਦਿਨ ਸਾਡੀ ਸਹੀ ਡੈਮੋਕ੍ਰੇਸੀ ਹੋਊਗੀ। ਇਹ ਕੀ ਨੇ ਯਾਰ, ਇਹ ਰਾਜੇ ਨੇ। ਜਿਵੇਂ ਤੁਸੀਂ ਇੱਕ ਡਿਊਟੀ ਨਿਭਾ ਰਹੇ ਹੋ, ਮੈਂ ਇੱਕ ਡਿਊਟੀ ਨਿਭਾ ਰਿਹਾ, ਆਪਾਂ ਸਾਰੇ ਇੱਕ ਡਿਊਟੀ ਨਿਭਾ ਰਹੇ ਹਾਂ। ਇਹਨਾਂ ਨੂੰ ਵੀ ਇੱਕ ਡਿਊਟੀ ਦਿੱਤੀ ਗਈ, ਆਪਦੀ ਡਿਊਟੀ ਨਿਭਾਓ ਕੁਰਸੀ 'ਤੇ ਬਹਿ ਕੇ। ਜੇ ਨਹੀਂ ਨਿਭਾਉਂਦੇ ਇਹਨਾਂ ਨੂੰ ਹਟਾ ਕੇ ਦੂਜਾ ਬਦਲੋ। ਇਹਨਾਂ ਨੂੰ ਅਸੀਂ ਰਾਜੇ ਕਿਉਂ ਬਣਾਈ ਬੈਠੇ ਹਾਂ? ਇਹ ਖੁਦ ਨਹੀਂ ਬਣੇ, ਅਸੀਂ ਬਣਾਏ ਹੈ। ਬਸ ਅਸੀਂ ਸਮਝ ਗਏ, ਗੱਲ ਖਤਮ ਹੋ ਜੂ। ਉਸ ਦਿਨ ਸਾਡੇ ਕੋਲ ਤਾਕਤ ਹੈ ਯਾਰ। ਕਿਤੇ ਨਾ ਕਿਤੇ ਨਿੱਜ ਨੇ ਇਹ ਸਾਰੀਆਂ ਗੱਲਾਂ ਖਰਾਬ ਕੀਤੀਆਂ ਨੇ ਜੀ। ਜਿੰਨਾ ਚਿਰ ਨਿੱਜ ਨਹੀਂ ਜਾਂਦਾ ਉਹਨਾਂ ਟਾਈਮ ਤਾਂ ਇਹ ਸਭ ਕੁਝ ਚੱਲੂਗਾ, ਅਸੀਂ ਵੀ ਐਵੇਂ ਹੀ ਰਵਾਂਗੇ ਤੇ ਉਹ ਵੀ ਇੱਦਾਂ ਰਹਿਣਗੇ। ਰਾਜ ਤਾਂ ਫਿਰ ਇੱਦਾਂ ਹੀ ਹੋਣਾ। ਇਹ ਐ ਨਿੱਜ ਆਪਾ ਬਦਲੇ, ਸੁਧਾਰ ਇਹਨਾਂ ਤੋਂ ਸ਼ੁਰੂ ਨਹੀਂ ਹੋਣਾ, ਇੱਥੋਂ ਨਹੀਂ ਸ਼ੁਰੂ ਹੋਣਾ। ਸੁਧਾਰ ਇੱਥੋਂ ਸ਼ੁਰੂ ਹੁੰਦਾ, ਪਹਿਲਾਂ ਆਪਦੇ ਆਪ ਤੋਂ ਇੱਥੋਂ ਸ਼ੁਰੂ ਹੁੰਦਾ ਸੁਧਾਰ। ਅਗਰ ਆਪਦੀ ਰਵਾਇਤ ਜਾਂ ਹਿਸਟਰੀ 'ਤੇ ਵੀ ਅਸੀਂ ਚਲੇ ਜਾਈਏ ਤਾਂ ਉਹ ਵੀ ਉਹਨਾਂ ਨੇ ਵੀ ਆਹੀ ਕਿਹਾ ਪਹਿਲਾਂ। ਹਰ ਗੱਲ ਦੇ ਵਿੱਚ ਮਨ ਜੀਤੇ ਜਗਜੀਤ ਦਾ ਕੀ ਮਤਲਬ ਸੀ? ਮਨ ਨੂੰ ਜਿੱਤਣ ਦਾ ਮਤਲਬ ਹੀ ਨਹੀਂ ਹੁੰਦਾ ਲੈ ਮੈਂ ਐਂ ਥੋੜ੍ਹੀ। ਮਨ ਮਤਲਬ ਆਪਦੇ ਆਪ ਨੂੰ ਪਹਿਲਾਂ ਸ਼ੁੱਧਤਾ ਕਰਕੇ ਮਨ ਨੂੰ, ਆਪਣੇ ਆਪ ਨੂੰ ਜਿੱਤ ਲਿਆ, ਫਿਰ ਦੂਜੇ ਨੂੰ ਵੀ ਜਿੱਤ ਲਾਂਗੇ। ਹੈ ਨਾ? ਇਹ ਕੀ ਹੈ? ਇਹ ਚੀਜ਼ ਜ਼ਰੂਰੀ ਹੈ। ਔਰ ਇਹ ਚੀਜ਼ ਐ ਨਹੀਂ ਹੋਣੀ ਸ਼ਰਾ। ਇਸ ਚੀਜ਼ ਨੂੰ ਵਾਰ-ਵਾਰ ਹਰ ਜਗ੍ਹਾ ਬਹਿ ਕੇ ਸਾਨੂੰ ਇਹ ਚੀਜ਼ਾਂ ਡਿਸਕਸ ਕਰਨੀਆਂ ਪੈਣਗੀਆਂ। ਜੇ ਅਸੀਂ ਡਿਸਕਸ ਨਹੀਂ ਕਰਾਂਗੇ ਫਿਰ ਕੁਛ ਨਹੀਂ ਹੋਣਾ। ਸਾਨੂੰ ਇਹ ਬੋਲਣੀਆਂ ਪੈਣਗੀਆਂ ਔਰ ਐਕਸੈਪਟ ਵੀ ਕਰਨੀਆਂ ਪੈਣਗੀਆਂ। ਅਸੀਂ ਜ਼ਿੱਦ ਕਰਕੇ ਨਾ ਬਹਿ ਜਾਈਏ ਕਿ ਮੈਂ ਤਾਂ ਜੋ ਬੋਲਦਾ ਮੈਂ ਸਹੀ ਹੈ ਨਾ, ਇਹ ਨਹੀਂ ਹੁੰਦਾ ਗਾ। ਬੰਦਾ ਫਿਰ ਤਾਂ ਬੰਦਾ ਹੀ ਨਾ ਰਹਿ ਜੇ। ਬੰਦਾ ਤਾਂ ਗਲਤੀਆਂ ਦਾ ਪੁਤਲਾ, ਗਲਤੀਆਂ ਕਰਦਾ ਵੀ ਰਹਿੰਦਾ, ਬਟ ਉਹ ਤੁਹਾਨੂੰ ਸਿੱਖਣਾ ਵੀ ਚਾਹੀਦਾ। ਉਸੇ ਤਰ੍ਹਾਂ ਸਾਡਾ ਸਮਾਜ, ਸਾਡੀ ਸੁਸਾਇਟੀ ਹੁੰਦੀ ਹੈ। ਅਸੀਂ ਗਲਤੀਆਂ ਕਰਦੇ ਰਹੇ ਹਾਂ, ਇਸੇ ਲਈ ਸਾਡੇ ਬਹੁਤ ਥੋੜ੍ਹੇ ਸੰਘਰਸ਼ ਨੇ ਜਿਹੜੇ ਕਾਮਯਾਬ ਹੋਏ ਨੇ ਔਰ ਬਹੁਤ ਥੋੜ੍ਹੇ ਨੇ ਜੋ ਜਿਨ੍ਹਾਂ ਨੂੰ ਅਸੀਂ ਸਿੱਟੇ ਤੱਕ ਨਹੀਂ ਪਹੁੰਚਾ ਪਾਏ। ਉਹਦਾ ਕਾਰਨ ਆਈ ਸੀ ਸਾਡੇ 'ਚ ਤੇਜਾ ਸਿੰਘ, ਲਾਲ ਸਿੰਘ ਵੀ ਪੈਦਾ ਹੋ ਜਾਂਦੇ ਨੇ। ਇਹ ਕਿੱਥੋਂ ਆਉਂਦੇ ਨੇ? ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਤਾਂ ਨਹੀਂ ਆਏ, ਹੁਣੀ ਕਿਉਂ ਆਉਣ ਲੱਗ ਗਏ ਨੇ? ਇਹ ਉਦੋਂ ਬਾਅਦ ਹੀ ਆਉਣ ਲੱਗ ਗਏ ਕਿਉਂਕਿ ਉਦੋਂ ਬਾਅਦ ਸਾਡੇ 'ਚ ਲਾਲਚ ਆ ਗਿਆ, ਪੈਸੇ ਦੀ ਭੁੱਖ ਆ ਗਈ, ਰਾਜ ਦੀ ਭੁੱਖ ਆ ਗਈ। ਉਦੋਂ ਬਾਅਦ ਅਸੀਂ ਹਰ ਚੀਜ਼ 'ਚੋਂ ਕੋਈ ਨਾ ਕੋਈ ਸਵਾਰਥ ਭਾਲਣ ਲੱਗੇ। ਮੈਂ ਇੱਥੇ ਚਲਿਆ ਜਾਵਾਂ, ਇਹਦਾ ਮਤਲਬ ਆਹ ਨਿਕਲੂਗਾ ਤੇ ਫਿਰ ਮੈਂ ਆਹ ਲੈ ਲੂੰਗਾ ਤੇ ਗੱਲ ਖਤਮ, ਲੋਕਾਂ ਨੂੰ ਵੇਚ ਜੋ। ਅੱਜ ਅਸੀਂ ਬੈਠੇ ਹਾਂ ਕਿ ਆਹ ਯੂਨੀਵਰਸਿਟੀ ਦਾ ਵੀ ਇਹ ਯੂਨੀਵਰਸਿਟੀ ਸਾਡੇ ਬਹੁਤ ਸਾਰੇ ਯੂਨੀਵਰਸਿਟੀ ਦੇ ਨਾਲ ਇਹ ਸਾਡਾ ਸਟੇਟ ਦੇ ਅਧਿਕਾਰ ਨੇ। ਇਹ ਸੈਂਟਰ ਲੈ ਗਿਆ, ਇਹ ਐਂ ਧੱਕੇ ਨਾਲ ਲੈ ਗਿਆ। ਤੁਹਾਡੇ ਬੰਦਿਆਂ ਨੇ ਲਿਖ ਕੇ ਨਹੀਂ ਦਿੱਤੇ? ਕਿਹਨੇ ਦਿੱਤੇ ਹੈ? ਕਿਹੜੇ ਪ੍ਰਾਈਵੇਟ? ਉਦੋਂ ਆਪਦੇ ਨਿੱਜੀ ਫਾਇਦੇ ਲਏ ਤੇ ਫਿਰ ਲਿਖੀ ਗਏ ਚਲੋ ਆਹ ਵੀ ਬਣਾ ਲਓ, ਆਹ ਵੀ ਬਣਾ ਲਓ। ਇਹਨਾਂ ਨੂੰ ਬੋਲਣਾ ਚਾਹੀਦਾ ਸੀ। ਕਿਸਾਨਾਂ ਦੇ ਵਿੱਚ 2 ਬਿੱਲ ਨੇ ਜਿਹੜੇ ਸਟੇਟ ਦੇ ਰਾਈਟਸ ਨੇ, ਵਿੱਚ ਇੱਕ ਗ੍ਰੇ ਏਰੀਏ 'ਚ ਹੈ। ਕਿਉਂ ਨਹੀਂ ਸਰਕਾਰਾਂ ਬੋਲੀਆਂ? ਕਿਉਂ ਨਹੀਂ ਬੋਲੀਆਂ? ਚੁੱਪ ਕਰਕੇ ਬਹਿ ਜਾਂਦੇ ਨੇ। ਇਹਨਾਂ ਨੂੰ ਤਾਂ ਇਹ ਲੱਗਦਾ ਲੈ ਸਾਨੂੰ DC ਤੇ SSP ਦੀ ਬਦਲੀ ਕਰਨ ਲਾ ਲਓ ਬਸ।
ਬਾਕੀ ਕੰਮ ਤੁਸੀਂ ਆਪੇ ਕਰੀ ਜਾਓ, ਅਸੀਂ ਕੀ ਲੈਣਾ ਉਸ ਤੋਂ। ਅਸੀਂ ਇਹੋ ਜਿਹੇ ਬੰਦਿਆਂ ਨੂੰ ਚੁਣਦੇ ਕਿਉਂ ਆ? ਫਿਰ ਗੱਲ ਉੱਥੇ ਹੀ ਆ ਜਾਂਦੀ ਹੈ, ਸਾਡੇ ਤੋਂ ਹੀ ਸ਼ੁਰੂ ਹੁੰਦੀ ਹੈ। ਸੋ ਇਹਨਾਂ ਨੂੰ ਬਦਲ ਬੁਲਦੀ ਆ ਯੂਨੀਵਰਸਿਟੀ ਦਾ ਕੀ ਮਸਲਾ ਹੈ? ਜੇ ਆਪਾਂ ਰੌਲਾ ਨਹੀਂ ਪਾਵਾਂਗੇ, ਤੁਸੀਂ ਆਖਿਆ ਨਾ ਇਹ ਤਾਂ ਬੱਚਿਆਂ ਦਾ ਨਹੀਂ, ਇਹ ਸਭ ਤੋਂ ਅਹਿਮ ਮਸਲਾ ਹੈ। ਇੱਕ ਤਾਂ ਸਾਡੀ ਪ੍ਰਵਿਰਤੀ ਬੜੀ ਅਜੀਬ ਹੈ। ਕੈਨੇਡਾ 'ਚ ਚਲੇ ਜਾਓ, ਆਪਣੇ ਮੁੰਡੇ ਭੱਜ ਜਾਂਦੇ ਨੇ ਉੱਧਰ, ਉੱਥੇ VIP ਪਤਾ ਕੌਣ ਹੈ? ਸਭ ਤੋਂ ਵੱਡਾ VIP ਕੌਣ ਹੈ? ਟੀਚਰ ਐਂਡ ਪ੍ਰੋਫੈਸਰ। ਤਾਂ ਸਾਡੇ ਇੱਥੇ ਜਿਹੜਾ ਜਮਾਂ ਗਿਆ ਗੁਜ਼ਰਿਆ ਬੰਦਾ ਹੁੰਦਾ ਨਾ, ਆਪਾਂ ਕਹਿੰਦੇ ਨੇ ਯਾਰ ਮਾਸਟਰ ਜਿਹਾ ਲੱਗਦਾ, ਠੱਠੀ ਜੀ ਪੱਗ ਤੁਰੀ ਆਉਂਦੀ ਹੈ, ਆਣੇ ਆ ਨਾ। ਇਹ ਗਲਤ ਗੱਲ ਆ। ਉਹਨੇ ਸਾਡੀ ਕੌਮ ਸੁਧਾਰਨੀ ਆ ਅਗਲੀ। ਆ ਨਵੀਂ ਜਨਰੇਸ਼ਨ ਜਿਨ੍ਹਾਂ ਨੇ ਜ਼ਿੰਦਗੀ ਅੱਗੇ ਚਲਾਉਣਾ ਹੈ ਕੰਮ, ਇਹ ਉਹਨਾਂ ਨੇ ਬਣਾਉਣੇ ਹੈ। ਅਸੀਂ ਉਹਨੂੰ ਕੀ ਰੁਤਬਾ ਦੇਈ ਫਿਰਦੇ ਹਾਂ? ਇਹ ਸਭ ਤੋਂ ਵੱਡਾ ਸੰਘਰਸ਼ ਹੈ ਮੈਂ ਕਹੂੰਗਾ। ਜੇ ਅਸੀਂ ਯੂਨੀਵਰਸਿਟੀਆਂ, ਕਾਲਜਸ, ਸਕੂਲ, ਅੱਜ ਸਾਡੇ ਕਿੰਨੇ ਰਹਿ ਗਏ ਨੇ ਕਾਲਜ? ਕੀ ਹਾਲ ਹੈ ਉਹਨਾਂ ਕਾਲਜਸ ਦਾ? ਕੀ ਹੋ ਰਿਹਾ ਸਾਡੇ ਸਕੂਲਾਂ ਦੇ ਵਿੱਚ? ਕੀ ਹੋ ਰਿਹਾ? ਕਿਹੜੇ ਸਕੂਲ? ਉਹਨਾਂ ਸਕੂਲਾਂ ਦਾ ਹਾਲ ਵੇਖੋ ਜਾ ਕੇ, ਜਿਹੜੇ ਸਾਡੇ ਪਿੰਡਾਂ 'ਚ ਨੇ ਜਾਂ ਕਸਬਿਆਂ 'ਚ ਨੇ ਜਾਂ ਸਾਡੇ ਜਿਹੜੇ ਸੈਂਟਰ ਨੇ ਛੋਟੇ ਛੋਟੇ, ਉਹਨਾਂ ਦਾ ਹਾਲ ਕੀ ਹੈ? ਐਜੂਕੇਸ਼ਨ ਦਾ ਬਜਟ ਕੀ ਹੈ? ਹੈਲਥ ਦਾ ਬਜਟ ਕੀ ਹੈ ਸਾਡਾ? ਇੰਨਾ ਫਰੀ ਦੇ ਦਿਆਂਗੇ ਬਿਜਲੀ, ਕਿੱਥੋਂ ਆਉਣਗੇ ਪੈਸੇ? 55,000 ਕਰੋੜ ਤਾਂ ਪਹਿਲਾਂ ਡੈਫਿਸਿਟ 'ਚ ਚੱਲਦੇ ਹਾਂ ਅਸੀਂ, 3 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਹੈ। ਇਹ ਗੱਲਾਂ ਕੌਣ ਕਰੂਗਾ ਯਾਰ? ਕੀ ਅਸੀਂ ਇਹੀ ਗੱਲਾਂ ਕਰੀ ਜਾਵਾਂਗੇ? 4 ਮਿਨਿਸਟਰ ਅੱਜ ਦਿੱਲੀ ਉੱਠ ਗਏ, ਉਹਨਾਂ ਨੇ ਫਲਾਣੇ ਵਿਰੁੱਧ ਦੇਤਾ, ਇੱਕ ਆ ਕੇ ਛਾਲਾਂ ਜੀਆਂ ਮਾਰਨ ਲੱਗ ਗਿਆ, ਇੱਕ ਕੋਈ ਹੋਰ ਚੁਟਕਲਾ ਸੁਣਾ ਗਿਆ। ਹਾਂ, ਕਾਮੇਡੀ ਸ਼ੋਅ ਚੱਲ ਰਹੇ ਨੇ ਇੱਥੇ ਹਰ ਥਾਂ ਤੇ ਖੜੇ ਹੋ ਕੇ। ਇਹ ਕਾਮੇਡੀ ਸ਼ੋਅ ਕੌਣ ਵੇਖਦਾ ਹੈ? ਦਰਸ਼ਕ ਵੇਖਦੇ ਨੇ। ਦਰਸ਼ਕ ਕੌਣ ਬਣੇ ਹੋਏ ਆ? ਅਸੀਂ ਪੰਜਾਬ ਵਾਲੇ। ਅਸੀਂ ਹੱਸਦੇ ਹਾਂ, ਅਸੀਂ ਇਹਨਾਂ ਦੇ ਵਿਊ ਵਧਾਉਣੇ ਆ, ਅਸੀਂ ਉਹਨਾਂ 'ਤੇ ਕਮੈਂਟ ਕਰਦੇ ਹਾਂ, ਤਾਂ ਹੀ ਤਾਂ ਇਹ ਕਾਮੇਡੀ ਸ਼ੋਅ ਵਾਲੇ ਚੱਲਦੇ ਨੇ। ਅਸੀਂ ਕਿਉਂ ਨਹੀਂ ਸੀਰੀਅਸ ਗੱਲਾਂ ਕਰਦੇ, ਆਪਦੇ ਮੁੱਦਿਆਂ ਦੀ ਗੱਲ ਕਰਦੇ? ਇਹ ਕਿਹਨੇ ਬਣਾਤੇ ਕੈਂਡੀਡੇਟ? ਕਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਆਹ ਬੰਦਾ ਬਹੁਤ ਪਪੂਲਰ ਹੈ ਯਾਰ? ਕਿਉਂਕਿ ਅਸੀਂ ਪਪੂਲਰ ਕਰਦੇ ਹਾਂ ਨਾ। ਕਿਤੇ ਕੀਤੀਆਂ ਇਹ ਗੱਲਾਂ? ਮੈਂ ਤੁਹਾਨੂੰ ਵੀ ਕਹੂੰਗਾ, ਮੀਡੀਆ ਰਾਹੀਂ ਵੀ ਕਹੂੰਗਾ ਕਿ ਮਾੜੀ ਜੀ ਆਪਦੀ ਰਿਸਪੌਂਸਿਬਿਲਿਟੀ ਸਮਝੋ। ਸਾਰੇ ਸਮਝਣਾ ਸ਼ੁਰੂ ਹੋਏ ਆ, ਤੁਸੀਂ ਤਾਂ ਹੀ ਆ ਰਹੇ ਹੋ ਇੱਥੇ। ਖੈਰ ਅਸੀਂ ਜੋ ਬੈਠੇ ਹਾਂ, ਜਾਂ ਮੈਨੂੰ ਕੋਈ ਉੱਥੇ ਪਰਸੋਂ ਨਰਸੋਂ ਇੱਥੇ ਸੀ, ਜਿੱਦਣ ਗਏ ਸੀ ਉੱਥੇ ਘੇਰਿਆ ਸੀ ਜਾ ਕੇ VC ਦੇ ਘਰ ਵੱਲ, ਆਂਦੇ ਜੀ ਅੰਦੋਲਨ ਜੀਵੀ ਹੋ ਗਏ। ਮੈਂ ਕਿਹਾ ਅੰਦੋਲਨ ਜੀਵੀ ਨਹੀਂ, ਅਸੀਂ ਪੰਜਾਬ ਜੀਵੀ ਹੋ ਗਏ ਹਾਂ। ਜਿਸ ਥਾਂ 'ਤੇ ਵੀ ਡਾਕਾ ਪਿਆ ਕਰੂਗਾ ਅਸੀਂ ਇਕੱਠੇ ਹੋਇਆ ਕਰਾਂਗੇ। ਮੈਂ ਤਾਂ ਇਹ ਸੋਚ ਲਿਆ, ਕਿਉਂਕਿ ਨਹੀਂ ਤਾਂ ਫਿਰ ਗੱਲਾਂ ਕਰਨੀਆਂ ਛੱਡ ਦਈਏ। ਸਾਡਾ ਪੰਜਾਬੀ ਅਤੇ ਐਵੇਂ ਫालतू ਦੀ ਹਮਦਰਦੀਆਂ ਨਾਲ ਲੈਂਦੇ ਫਿਰੀਏ। ਵਿਖਾਉਣ 'ਚ ਨਹੀਂ ਹੁੰਦਾ ਗਾ, ਕਰਮ 'ਚ ਹੁੰਦਾ। ਕਰਮ 'ਚ ਲੈ ਕੇ ਆਓ। ਕਰਮ ਹੁੰਦਾ ਜੋ ਆਪਾਂ ਕਰ ਰਹੇ ਹਾਂ, ਹੈ ਨਾ। ਐਵੇਂ ਬਾਕੀ ਤਾਂ ਮੈਂ ਛੱਡੋ। ਮਾਨ ਸਾਹਿਬ ਜ਼ਿਆਦਾ ਭਾਵੁਕ ਨਹੀਂ, ਬਿਲਕੁਲ ਗੱਲ ਕਰਾਂਗੇ। ਪਰ ਇੱਥੇ ਜਿੰਨੇ ਧਿਆਨ ਨਾਲ, ਜਿੰਨੇ ਦੇਖੋ ਆਲੇ ਦੁਆਲੇ ਵੀ ਬਹੁਤ ਸਾਰੇ ਸਾਡੇ ਸਟੂਡੈਂਟ ਬੈਠੇ ਨੇ, ਧਿਆਨ ਨਾਲ ਗੱਲਾਂ ਸੁਣੀਆਂ ਨੇ, ਇਕੱਲੇ ਕੈਮਰੇ ਤੇ ਨਹੀਂ। ਕਿਉਂਕਿ ਇੱਥੇ ਬੈਠੇ ਜਿਹੜੇ ਸਟੂਡੈਂਟ ਨੇ, ਕਿਉਂਕਿ ਜਿੱਥੇ ਉਹਨਾਂ ਦੇ ਭਵਿੱਖ ਦੀ ਗੱਲ ਆ, ਉੱਥੇ ਹਰ ਇੱਕ ਬੱਚੇ ਦੀ, ਹਰ ਇੱਕ ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਗੱਲ ਹੈ। ਜਾਣੀ ਭਾਵੁਕ ਹੋ ਕੇ ਮਾਨ ਸਾਹਿਬ ਨੇ ਬਹੁਤ ਕੁਝ ਬੋਲਿਆ, ਔਰ ਬੜਾ ਗੰਭੀਰਤਾ ਦੇ ਨਾਲ ਸੋਚਣ ਵਾਲੀਆਂ ਗੱਲਾਂ ਨੇ ਜਿਹੜੀਆਂ ਬੋਲੀਆਂ ਨੇ। ਮੇਰੇ ਨਾਲ ਰੰਧਾਵਾ ਸਾਹਿਬ ਨੇ, ਸਰ ਨੇ ਦੱਸਿਆ ਕਿ ਪੁਰਾਣੇ ਸੈਨੇਟ ਦੇ ਮੈਂਬਰ ਵੀ ਹੈ। ਹੁਣ ਮੈਂ ਦੂਜੇ ਕਨਸੈਪਟ ਤੇ ਆਉਣਾ ਚਾਹੂੰਗਾ ਕਿ ਸਾਨੂੰ ਦੇਖ ਰਹੇ ਬਹੁਤ ਸਾਰੇ ਕਾਲਜਾਂ ਦੇ ਵੀ ਵਿਦਿਆਰਥੀ ਹੋ ਸਕਦੇ ਆ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੋ ਸਕਦੀ ਕਿ ਸੈਨੇਟ ਕੀ ਆ। ਕਈ ਵਾਰੀ ਉਹਨਾਂ ਤੱਕ ਗੱਲਾਂ ਨਹੀਂ ਪਹੁੰਚਦੀਆਂ, ਜਾਂ ਜਾਣਕਾਰੀ ਪਹੁੰਚਦੀ ਨਹੀਂ, ਜਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਨਹੀਂ ਹੈਗੀ ਜਾਣਕਾਰੀ। ਮੈਂ ਰੰਧਾਵਾ ਸਰ ਨੂੰ ਕਹਿਣਾ ਚਾਹੂੰਗਾ ਕਿ ਥੋੜ੍ਹਾ ਜਿਹਾ ਸਮਝਾ ਦਿਓ, ਜੇ ਸਾਨੂੰ ਬੱਚੇ ਵੀ ਦੇਖ ਰਹੇ ਨੇ ਜਾਂ ਵਿਦਿਆਰਥੀ ਦੇਖ ਰਹੇ ਨੇ, ਉਹਨਾਂ ਨੂੰ ਇਹ ਪਤਾ ਲੱਗੇ ਕਿ ਸਾਡੀ ਸ਼ਮੂਲੀਅਤ ਇੱਥੇ ਜ਼ਰੂਰੀ ਕਿਉਂ ਆ, ਕਿਉਂ ਸਾਨੂੰ ਇਹਦਾ ਹਿੱਸਾ ਬਣਨਾ ਚਾਹੀਦਾ। ਦੇਖੋ ਜੀ, ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ, ਇਹਦੇ ਵਿੱਚ 91 ਮੈਂਬਰਸ ਦਾ ਹਾਊਸ ਹੈ, ਔਰ 91 ਮੈਂਬਰਸ ਚੋਂ 47 ਜਿਹੜੇ ਨੇ ਉਹ ਲਗਭਗ ਡਿਫਰੈਂਟ ਜਿਹੜੇ ਏਰੀਆਜ਼ ਨੇ ਉੱਥੋਂ ਚੁਣ ਕੇ ਆਉਂਦੇ ਆ। ਉਹਦੇ ਚੋਂ ਕਾਲਜਸ ਦੇ ਟੀਚਰਸ ਨੇ, ਕਾਲਜਸ ਦੇ ਪ੍ਰਿੰਸੀਪਲਸ ਨੇ, ਫਿਰ ਟੈਕਨੀਕਲ ਕਾਲਜਸ ਕੌਂਸਟੀਚੁਐਂਸੀ ਹੈ, ਉਹਦੇ ਟੀਚਰਸ ਨੇ, ਉਹਦੇ ਪ੍ਰਿੰਸੀਪਲਸ ਨੇ, ਯੂਨੀਵਰਸਿਟੀ ਕੈਂਪਸ ਦੇ ਟੀਚਰਸ ਨੇ, ਫੈਕਲਟੀਜ਼ 'ਚੋਂ ਚੁਣ ਕੇ ਆਉਂਦੇ ਆ। ਅਤੇ ਜਿਹੜਾ ਸਾਬਕਾ ਸਟੂਡੈਂਟ ਹੈ ਪੰਜਾਬ ਯੂਨੀਵਰਸਿਟੀ ਦਾ, ਜਿਹਨੇ ਇੱਕ ਗ੍ਰੈਜੂਏਟ ਦੀ ਡਿਗਰੀ ਘੱਟੋ ਘੱਟ ਕੀਤੀ ਹੋਈ ਹੈ, ਚਾਹੇ ਅੱਜ ਤੋਂ 50 ਸਾਲ ਪੁਰਾਣੀ ਹੈ, ਚਾਹੇ 5 ਸਾਲ ਪੁਰਾਣੀ ਹੈ, ਉਹ ਬੰਦਾ ਅੱਜ ਵੀ ਆਪਣੀ ਵੋਟ ਬਣਾ ਕੇ ਰਜਿਸਟਰਡ ਗ੍ਰੈਜੂਏਟ ਕੌਂਸਟੀਚੁਐਂਸੀ ਵਿੱਚ ਆਪਣਾ ਦਖਲ ਰੱਖ ਸਕਦਾ ਹੈ, ਆਪਣਾ ਨੁਮਾਇੰਦਾ ਭੇਜ ਸਕਦਾ ਹੈ। ਇਹ 47 ਬੰਦਿਆਂ ਦੇ ਨਾਲ 2 MLA ਸਾਹਿਬ ਪੰਜਾਬ ਵਿਧਾਨ ਸਭਾ 'ਚੋਂ ਆਉਂਦੇ ਨੇ,
ਇੱਕ ਹਾਇਰ ਐਜੂਕੇਸ਼ਨ ਮਿਨਿਸਟਰ ਆਉਂਦੇ ਨੇ, ਉਹ ਵੀ ਇੱਕ MLA ਹੀ ਹੁੰਦੇ ਨੇ। ਸੋ ਇਦਾਂ ਮਿਲਾ ਕੇ 50 ਦੇ ਲਗਭਗ ਬੰਦੇ ਬਣ ਜਾਂਦੇ ਨੇ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਨੇ ਤੇ ਸਾਡੇ ਵਿੱਚ ਬੈਠਦੇ ਨੇ, ਇਲੈਕਟਿਡ ਨੇ, ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੇ, ਚਾਹੇ ਟੀਚਰਸ ਚੋਂ ਨੇ ਚਾਹੇ ਪਬਲਿਕ ਚੋਂ ਨੇ। ਇਹ ਇੰਨਾ ਕਮਾਲ ਦਾ ਖੂਬਸੂਰਤ ਢਾਂਚਾ ਹੈ ਕਿ ਜਿਹਦੇ ਵਿੱਚ ਲੋਕਾਂ ਦੀ ਆਵਾਜ਼ ਦਾ ਬੈਲੈਂਸ ਬਹੁਤ ਵੱਡਾ ਹੈ। ਔਰ 36 ਬੰਦੇ ਨੋਮੀਨੇਟਡ ਨੇ ਜਿਹੜੇ ਤੇ ਕੁਛ ਇੱਕ ਐਕਸ ਅਫੀਸ਼ੀਓ ਨੇ ਜਿਨ੍ਹਾਂ 'ਚ ਹਾਇਰ ਐਜੂਕੇਸ਼ਨ ਮਿਨਿਸਟਰ ਵੀ ਨੇ, ਪਲੱਸ ਨਾਲ 2 MLA ਸਾਹਿਬਾਨ ਨੇ ਤੇ ਚੀਫ ਮਿਨਿਸਟਰ, ਚੀਫ ਜਸਟਿਸ ਨੇ। 8 ਬੰਦੇ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਤੇ 36 ਬੰਦੇ ਨੇ ਜਿਹੜੇ ਚਾਂਸਲਰ ਸਾਹਿਬ ਨੋਮੀਨੇਟ ਕਰਕੇ ਭੇਜਦੇ ਨੇ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਮਤਲਬ ਜੇ ਆਪਾਂ ਇਹ ਕਹੀਏ ਵੀ ਸਰਕਾਰ ਦਾ ਵਿੱਚ ਦਖਲ ਨਹੀਂ ਹੈ, ਸਰਕਾਰ ਦਾ 1/3 ਤੋਂ ਵੱਧ ਦਾ ਦਖਲ ਅਜੇ ਵੀ ਹੈ। ਔਰ ਬੜਾ ਵਧੀਆ ਇੱਕ ਬੈਲੈਂਸਡ ਅਪਰੋਚ ਹੈ ਸੈਨੇਟ ਦੀ। ਇੱਥੇ ਤੁਸੀਂ ਇਹ ਕਹਿ ਸਕਦੇ ਹੋ ਵੀ ਕੋਈ ਵਿਚਾਰਧਾਰਾ ਦਾ ਜਾਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੈ, ਇਹ ਗੱਲ ਗਲਤ ਹੈ। ਹਰ ਵਿਚਾਰਧਾਰਾ ਦਾ, ਹਰ ਪਾਰਟੀ ਦਾ ਨੁਮਾਇੰਦਾ ਜ਼ਰੂਰ ਵਿੱਚ ਬੈਠਾ ਹੁੰਦਾ ਹੈ, ਚਾਹੇ ਉਹ ਚੁਣ ਕੇ ਆਇਆ, ਚਾਹੇ ਨੋਮੀਨੇਟ ਹੋ ਕੇ ਆਇਆ, ਚਾਹੇ ਐਕਸ ਅਫੀਸ਼ੀਓ ਹੈ। ਕਿਸੇ ਨਾ ਕਿਸੇ ਕਪੈਸਿਟੀ 'ਚ ਉਹ ਕਿਸੇ ਨਾ ਕਿਸੇ ਇਹੋ ਜਿਹੀ ਸੋਚ ਦਾ ਵੀ ਜਾਂ ਪੋਲੀਟੀਕਲ ਪਾਰਟੀ ਦਾ ਵੀ ਜਾਂ ਕਿਸੇ ਆਈਡੀਓਲੋਜੀ ਦਾ ਬੰਦਾ ਬੈਠਾ ਹੁੰਦਾ, ਇੱਕ ਗੁਲਦਸਤਾ ਬਣਦਾ ਹੈ। ਇੱਕ ਸਿੰਗਲ ਵਿਚਾਰਧਾਰਾ ਦਾ, ਸਿੰਗਲ ਡਿਕਟੇਟ ਦਾ ਇੱਥੇ ਕਾਨੂੰਨ ਨਹੀਂ ਹੈ। ਇੱਥੇ ਲੋਕ ਰਾਏ ਜ਼ਿਆਦਾ ਵੱਡੇ ਪੱਧਰ 'ਤੇ ਸ਼ਮੂਲੀਅਤ ਦੇ ਨਾਲ ਕੰਮ ਕਰਦੀ ਹੈ। ਇਹ ਤਾਂ ਇਹਦਾ ਢਾਂਚਾ ਹੈ। ਇੱਕ ਨਵੀਂ ਐਜੂਕੇਸ਼ਨ ਪਾਲਿਸੀ ਜਿਹਨੂੰ ਨਿਊ ਐਜੂਕੇਸ਼ਨ ਪਾਲਿਸੀ 2020 ਕਿਹਾ ਗਿਆ, ਉਹਦੇ ਤਹਿਤ ਗਵਰਨੈਂਸ ਰਿਫਾਰਮਸ ਦਾ ਹੈ ਵੀ ਇੱਕ ਸਬਜੈਕਟ ਹੈ। ਔਰ ਉਸ ਸਬਜੈਕਟ ਨੂੰ ਵਰਤਦੇ ਹੋਏ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਔਰ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਢਾਂਚਾ ਹੈ ਸਰਕਾਰੀ ਤੰਤਰ ਦਾ, ਉਹ ਇਸ ਨੂੰ ਬਿਲਕੁਲ ਰੱਦੋ ਬਦਲ ਕਰਨਾ ਚਾਹੁੰਦਾ, ਇਹਨੂੰ ਖਤਮ ਕਰਨਾ ਚਾਹੁੰਦਾ। ਉਹ ਚਾਹੁੰਦੇ ਨੇ ਕਿ ਇੱਥੇ 100% ਨੋਮੀਨੇਸ਼ਨ ਕਲਚਰ ਆ ਜਾਵੇ ਤਾਂ ਕਿ ਜੋ ਵੀ ਉੱਤੋਂ ਕੋਈ ਡਿਕਟੇਟ ਹੁੰਦਾ ਹੈ ਸਰਕਾਰ ਤੋਂ, ਸੈਂਟਰ ਸਰਕਾਰ ਤੋਂ, ਉਹ ਜਿਹੜਾ ਹੈ ਉਹ ਇਨ ਬਿਨ ਲਾਗੂ ਹੋ ਜਾਵੇ। ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਨ 99-2000 ਤੱਕ ਜਦੋਂ ਅਸੀਂ ਇੱਥੇ ਪੜ੍ਹਦੇ ਸਾਂ, 95 ਤੋਂ 2000 ਤੱਕ ਸਾਡਾ ਸਟੇ ਹੈ ਇਸ ਯੂਨੀਵਰਸਿਟੀ ਦੇ ਵਿੱਚ। ਸਟੂਡੈਂਟ ਐਕਟਿਵਿਜ਼ਮ 'ਚ ਵੀ ਇੱਥੇ ਐਕਟਿਵ ਰਹੇ ਹਾਂ, ਸਟੂਡੈਂਟ ਕਾਉਂਸਲ 'ਚ ਵੀ ਨੁਮਾਇੰਦਗੀ ਦਾ ਮੌਕਾ ਮਿਲਿਆ। ਉਦੋਂ 60-40 ਦੀ ਰੇਸ਼ੋ ਹੁੰਦੀ ਸੀ। 60% ਬਜਟ ਜਿਹੜਾ ਹੈ ਸੈਂਟਰ ਸਰਕਾਰ ਦਿੰਦਾ ਸੀ ਔਰ 40% ਬਜਟ ਦੀ ਜਿਹੜੀ ਪ੍ਰੋਵੀਜ਼ਨ ਸੀਗੀ ਉਹ ਪੰਜਾਬ ਸਰਕਾਰ ਦੀ ਸੀ। ਪਰ ਥੋੜ੍ਹੇ ਸਮੇਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਹੱਥ ਵੀ ਪਿੱਛੇ ਖਿੱਚ ਲਏ ਤੇ ਉਹਨਾਂ ਨੇ 40% ਦੀ ਬਜਾਏ ਇੱਕ ਫਿਕਸ ਅਮਾਊਂਟ ਕਰ ਦਿੱਤਾ। ਸੈਂਟਰ ਸਰਕਾਰ ਨੇ ਵੀ ਇਹ ਹਦਾਇਤਾਂ ਦੇ ਦਿੱਤੀਆਂ ਕਿ ਜਨਰੇਟ ਯੂਰ ਓਨ ਰਿਸੋਰਸਿਸ। ਇਹ UGC ਦੀ ਚਿੱਠੀ ਆਉਂਦੀ ਹੈ ਜਿਹੜਾ 90 ਦਾ ਅਖੀਰਲਾ ਦਹਾਕੇ ਦਾ ਅਖੀਰਲੇ ਸਾਲ ਨੇ ਕਿ ਜਨਰੇਟ ਯੂਰ ਓਨ ਰਿਸੋਰਸਿਸ, ਜਿਹਦੇ ਤਹਿਤ ਫੀਸਾਂ ਵਧਾਉਣ ਦੇ ਵਾਸਤੇ ਤਾਂ ਸੈਨੇਟ ਖੜੀ ਰਹੀ ਹਮੇਸ਼ਾ ਵੀ ਫੀਸਾਂ ਨਹੀਂ ਵਧਣੀਆਂ ਚਾਹੀਦੀਆਂ, ਪਰ ਉਹਦੇ ਬਦਲ ਦੇ ਵਿੱਚ ਜਿਹੜਾ ਇਸ ਵੇਲੇ ਮੌਜੂਦਾ ਕਲਚਰ ਵੇਖ ਰਹੇ ਹੋ ਕਿ +2 ਤੋਂ ਬਾਅਦ ਬੱਚੇ ਜ਼ਿਆਦਾ ਆ ਰਹੇ ਨੇ, ਸੈਲਫ ਫਾਈਨਾਂਸਿੰਗ ਕੋਰਸ ਖੋਲ੍ਹੇ ਗਏ ਤਾਂ ਕਿ ਉਹ ਇੱਕ ਕਮਾਈ ਦੇ ਸਾਧਨ ਬਣ ਸਕਣ ਪੰਜਾਬ ਯੂਨੀਵਰਸਿਟੀ। ਸੋ ਪਬਲਿਕ ਸੈਕਟਰ ਦੀਆਂ ਅਸੀਂ ਡਿਊਟੀਆਂ ਪੂਰੀਆਂ ਨਾ ਕਰਦੇ ਹੋਏ ਅਸੀਂ ਐਜੂਕੇਸ਼ਨ ਤੋਂ, ਹਾਇਰ ਐਜੂਕੇਸ਼ਨ ਤੋਂ ਹੱਥ ਪਿਛਾਂਹ ਖਿੱਚ ਰਹੇ ਹਾਂ। ਜਿਹੜਾ ਸਾਡਾ ਬਜਟ ਦਾ ਪ੍ਰੋਵੀਜ਼ਨ ਹੈ ਜਿਹਦੇ ਵਿੱਚ ਕਿ ਸਾਨੂੰ 6% ਨੈਸ਼ਨਲ ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ NGDP ਦਾ ਹਿੱਸਾ ਮਿਲਣਾ ਚਾਹੀਦਾ, ਜੋ ਡਾਕਟਰ ਰਾਧਾ ਕ੍ਰਿਸ਼ਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ 1948 ਦੀਆਂ, ਜਿਹੜਾ ਪਹਿਲਾ ਆਜ਼ਾਦ ਹਿੰਦੁਸਤਾਨ ਦਾ ਐਜੂਕੇਸ਼ਨ ਕਮਿਸ਼ਨ ਬਣਿਆ ਸੀਗਾ, ਉਹ ਤਾਂ ਕਦੀ ਲਾਗੂ ਨਹੀਂ ਕੀਤੀਆਂ। ਘਰ ਦਾ ਤੁਹਾਡੇ ਦਾ ਖਰਚਾ 100 ਰੁਪਈਆ ਮਿਲਦੇ ਤੁਹਾਨੂੰ 40 ਰੁਪਈਏ ਨੇ, ਘਰ ਕਿੱਦਾਂ ਚੱਲੇਗਾ? ਸੋ ਇਹੀ ਹਾਲ ਹੈ ਇਸ ਵੇਲੇ ਐਜੂਕੇਸ਼ਨ ਦਾ ਬਣਿਆ ਹੋਇਆ, ਪ੍ਰਾਇੋਰਟੀ ਨਹੀਂ ਹੈ। ਔਰ ਜਿਹੜੀ ਗੱਲ ਮਾਨ ਸਾਹਿਬ ਨੇ ਕਹੀ ਹੈ ਉਹ 2 ਅਹਿਮ ਪਹਿਲੂਆਂ ਦੇ ਉੱਤੇ ਮੈਂ ਹਮੇਸ਼ਾ ਪਹਿਰਾ ਦਿੱਤਾ ਹੈ। ਇੱਕ ਆਟੋਨੋਮੀ ਆਫ ਐਜੂਕੇਸ਼ਨ ਇੰਸਟੀਟਿਊਸ਼ਨਸ, ਵੀ ਜਿਹੜੀ ਸਾਡੀ ਸੁਤੰਤਰਤਾ ਹੈ ਉਹ ਬਣੀ ਰਵੇ ਔਰ ਉਹ ਬਣੀ ਤਾਂ ਰਹਿ ਸਕਦੀ ਹੈ ਜੇ ਆਈ ਦੀ ਥਾਂ ਤੋਂ ਅਸੀਂ ਵੀ ਵੱਲ ਮੂਵ ਕਰਾਂਗੇ। ਇਹ ਸਾਡਾ ਸੈਨੇਟ ਆਲਰੇਡੀ ਵੀ ਦੀ ਪਰਿਭਾਸ਼ਾ ਹੈ, ਇਹਨੂੰ ਆਈ ਵੱਲ ਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਲਟਾ ਵਹਾ ਸ਼ੁਰੂ ਕੀਤਾ ਜਾ ਰਿਹਾ ਕਿ ਤਬਾਹ ਕਰਨ ਨਾਲ ਤੁਰ ਰਹੇ ਨੇ। ਬਾਕੀ ਯੂਨੀਵਰਸਿਟੀਆਂ ਸਾਡੇ ਵੱਲ ਦੇਖਦੀਆਂ ਹੋਈਆਂ, GNDU ਦੀ ਟੀਚਰ ਯੂਨੀਅਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਚਰ ਯੂਨੀਅਨ, ਹਰਿਆਣਾ ਦੇ ਕਈ ਯੂਨੀਵਰਸਿਟੀ ਕਾਲਜਸ ਦੀ ਟੀਚਰ ਯੂਨੀਅਨ ਸਾਨੂੰ ਅਪਰੋਚ ਕਰਕੇ ਇਹ ਕਹਿੰਦੀ ਹੈ ਕਿ ਸਾਨੂੰ ਵੀ ਕਿਤੇ ਆਪਣੇ ਵਰਗਾ ਢਾਂਚਾ ਸਾਨੂੰ ਬਣਾ ਲੈਣ ਦਿਓ ਜਾਂ ਸਾਨੂੰ ਦੱਸੋ ਕਿਵੇਂ ਅਸੀਂ ਸਰਕਾਰਾਂ ਨੂੰ ਅਪਰੋਚ ਕਰੀਏ ਕਿ ਸਾਡੀਆਂ ਯੂਨੀਵਰਸਿਟੀਆਂ 'ਚ ਵੀ ਟੀਚਰਸ ਦੀ ਸੁਣਵਾਈ ਹੋਵੇ, ਨਾਨ ਟੀਚਰਸ ਦੀ ਸੁਣਵਾਈ ਹੋਵੇ, ਸਟਾਫ ਦੀ ਸੁਣਵਾਈ ਹੋਵੇ ਔਰ ਸਟੂਡੈਂਟਸ ਦੀ ਸੁਣਵਾਈ ਹੋਵੇ। ਮੈਂ ਕਹਿੰਦਾ ਇੰਨਾ ਵਧੀਆ ਸਿਸਟਮ ਹੈ, ਇਹਨੂੰ ਖਤਮ ਕਰਨਾ ਇੱਕ ਇਹੋ ਜਿਹੀ ਸੌੜੀ ਸੋਚ ਦੀ ਨਿਸ਼ਾਨੀ ਹੈ। ਸੋ ਇਹ ਤਾਂ ਇਹ ਢਾਂਚੇ ਦੀ ਮੈਂ ਗੱਲ ਕੀਤੀ ਹੈ। ਫਾਈਨਾਂਸ ਆਫ ਐਜੂਕੇਸ਼ਨ ਬੜਾ ਅਹਿਮ ਸਬਜੈਕਟ ਹੈ। ਮੰਦਭਾਗਾ ਹੈ ਕਿ ਇਸ ਵੇਲੇ ਸਾਡਾ ਯੂਥ, ਪੜ੍ਹਿਆ ਲਿਖਿਆ ਯੂਥ ਡਰੇਨ ਆਊਟ ਹੋ ਰਿਹਾ ਹੈ।
ਇੱਕ ਜਨਰੇਸ਼ਨ ਸ਼ਿਫਟ ਹੁੰਦਿਆਂ ਲਗਭਗ 20-30 ਸਾਲ ਦਾ 25 ਸਾਲ ਦਾ ਸਮਾਂ ਲੱਗਦਾ ਹੈ ਕਿ ਜਦੋਂ ਤੁਸੀਂ ਅੱਜ ਜਿਹੜੀ ਜਗ੍ਹਾ ਤੇ ਖੜੇ ਹੋ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਇਸ ਜਗ੍ਹਾ ਤੇ ਖੜੇ ਹੋਣਗੇ। ਉਹਨੂੰ 25 ਸਾਲ ਤੱਕ ਆਪਾਂ ਕਹਿ ਦਿੰਦੇ ਕਿ ਜਨਰੇਸ਼ਨ ਸ਼ਿਫਟ ਹੈ। 10 ਕੁ ਸਾਲ ਦੇ ਲਗਭਗ 8-10 ਸਾਲ ਦੇ ਲਗਭਗ ਸਾਡੇ ਬੱਚਿਆਂ ਨੂੰ ਬਾਹਰ ਜਾਂਦਿਆਂ ਟ੍ਰੈਂਡ ਸ਼ੁਰੂ ਹੋ ਗਿਆ, ਜਿਹਦੇ 'ਚ 50,000 ਤੋਂ 70,000 ਤੋਂ ਲੱਖ ਤੱਕ ਬੱਚਾ ਵੀ ਹਰ ਸਾਲ ਦਾ ਬਾਹਰ ਜਾ ਰਿਹਾ ਹੈ। ਜਦੋਂ ਇੱਕ ਜਨਰੇਸ਼ਨ ਪੂਰੀ ਕਰੇਗਾ, ਜਨਰੇਸ਼ਨ ਸ਼ਿਫਟ ਦਾ ਟਾਈਮ ਪੀਰੀਅਡ ਪੂਰਾ ਕਰੇਗਾ, ਤਾਂ ਉਹ ਜਨਰੇਸ਼ਨ ਸ਼ਿਫਟ ਦੇ ਨਾਲ ਤੁਸੀਂ ਇਹ ਦੇਖੋਗੇ ਕਿ ਆਉਣ ਵਾਲੀ ਅਗਲੀ ਜਨਰੇਸ਼ਨ ਨੂੰ ਜਾਂ ਆਉਣ ਵਾਲੇ 10-15-20 ਸਾਲਾਂ ਨੂੰ ਸਾਡੇ ਕੋਲ ਡਰਾਸਟਿਕ ਫਾਲ ਹੋਏਗਾ ਪੜ੍ਹੇ ਲਿਖੇ ਯੂਥ ਦਾ। ਕੀ ਕਿਸੇ ਲੀਡਰ ਨੇ ਇਹ ਗੱਲ ਕਹੀ ਹੈ? ਅੱਜ ਅਸੀਂ ਕਹਿ ਰਹੇ ਹਾਂ ਕਿ ਯੂਥ ਨਸ਼ਿਆਂ ਵੱਲ, ਡਰੱਗਸ ਵੱਲ ਤੇ ਕ੍ਰਾਈਮ ਵੱਲ ਵੱਧ ਰਿਹਾ ਹੈ। ਇਹ ਤਾਦਾਦ ਕਿੰਨੀ ਹੋਏਗੀ ਜਦੋਂ ਤੁਹਾਡੇ ਕੋਲ ਪੜ੍ਹਿਆ ਲਿਖਿਆ ਯੂਥ ਤਾਂ ਬਾਹਰ ਨਿਕਲ ਗਿਆ ਤੇ ਇੱਥੇ ਸੋ ਕਾਲਡ ਅਨਪੜ੍ਹ ਜਿਹੜੇ ਬੰਦੇ ਹੈ ਜਿਹੜੇ ਕਿ ਸਾਡੀ ਇਸ ਲੀਡਰਸ਼ਿਪ ਨੂੰ, ਪੋਲੀਟੀਕਲ ਸਿਸਟਮ ਨੂੰ ਬੜੇ ਸਹਾਈ ਨੇ ਔਰ ਉਹਨਾਂ ਦੇ ਬੜੇ ਮਾਫਕ ਨੇ, ਕਿਉਂਕਿ ਪੜ੍ਹੇ ਲਿਖੇ ਬੰਦੇ ਜੇ ਨਾ ਹੋਣਗੇ ਤੇ ਮਹਾਰਾਜ ਇਹ ਜਿਹੜੀਆਂ ਪੁਰਾਣੀਆਂ ਜਿਹੜੀਆਂ ਸਰਦਾਰੀਆਂ ਬਣੀਆਂ ਇਹਨਾਂ ਦੀਆਂ ਚੱਲਦੀਆਂ ਰਹਿਣਗੀਆਂ। ਇਹੀ ਮਾਨ ਸਾਹਿਬ ਚਾਚੇ ਵਾਲਾ ਸਿਸਟਮ ਉਹਨਾਂ ਜਿਹੜਾ ਦਾ ਮਾਨ ਸਾਹਿਬ ਨੇ ਕਿਹਾ, ਬੜੀ 100 ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਕੀਤੀ ਹੈ ਕਿ ਜਿੰਨੇ ਮੂਰਖ ਲੋਕ ਇੱਥੇ ਰਹਿਣਗੇ, ਅਨਪੜ੍ਹ ਰਹਿਣਗੇ, ਆਪਣੇ ਰਾਈਟਸ ਨੂੰ ਨਾ ਜਾਣਦੇ ਹੋਏ ਰਹਿਣਗੇ, ਉਹਨਾਂ ਚਿਰ ਤੱਕ ਜਿਹੜੀਆਂ ਇਹੋ ਜਿਹੀਆਂ ਸਾਡੀਆਂ ਇੱਥੇ ਬਾਦਸ਼ਾਹੀਆਂ ਬਣਾ ਕੇ ਲੋਕ ਰਾਏ ਨੂੰ, ਲੋਕ ਜਿਹੜਾ ਲੋਕਾਂ ਦਾ ਰਾਜ ਹੈ ਉਹਨੂੰ ਇੱਕ ਆਪਣੀਆਂ ਨਿੱਜੀ ਬਾਦਸ਼ਾਹੀਆਂ ਬਣਾ ਕੇ ਬੈਠੇ ਆ, ਉਹ ਚੱਲਦੀਆਂ ਰਹਿਣਗੀਆਂ। ਤੇ ਇਹ ਸਰਕਾਰਾਂ ਦੀਆਂ ਨੀਤੀਆਂ ਇਹ ਹੋਣੀਆਂ ਕਿ ਅਸੀਂ ਆਈਲੈਟਸ ਦੇ ਟੈਸਟਾਂ ਦੀ ਟ੍ਰੇਨਿੰਗ ਆਪਣੇ ਸਕੂਲਾਂ 'ਚ ਦੇਵਾਂਗੇ। ਸ਼ਰਮ ਦੀ ਗੱਲ ਹੈ ਇਹੋ ਜਿਹੀ ਪਾਲਿਸੀ ਨੂੰ ਕਹਿਣਾ ਵੀ, ਕਰਨਾ ਤਾਂ ਇੱਕ ਬਹੁਤ ਮੰਦਭਾਗਾ ਹੈ, ਸੋਚਣਾ ਵੀ। ਮੁਫਤਖੋਰੀਆਂ ਛੱਡੋ, ਲੋਕਾਂ ਨੂੰ ਇੱਕ ਸਵਾਭਿਮਾਨ ਦੀ ਜ਼ਿੰਦਗੀ ਜੀਣ ਦਾ ਹੱਕ ਦਿਓ। ਉਹਨਾਂ ਨੂੰ ਸਬਸਿਡੀਆਂ ਜ਼ਰੂਰ ਲੋੜ ਹੈ ਜਿਹੜੇ ਬਿਲਕੁਲ ਥੱਲੇ ਵਾਲੇ ਵਰਗ ਨੇ, ਲੇਕਿਨ ਉਹਨਾਂ ਦੀ ਆੜ ਦੇ ਵਿੱਚ ਲੋਕਾਂ ਦਾ ਪੈਸਾ ਬਰਬਾਦ ਨਾ ਕਰੋ। ਲੋਕਾਂ ਨੂੰ ਚੁੱਕਣ ਲਈ ਉਹਨਾਂ ਦਾ ਪੈਸਾ ਜਿਹੜਾ ਉਹਨੂੰ ਖਰਚੋ, ਉਹਨਾਂ ਨੂੰ ਸਵਾਭਿਮਾਨ ਦੀ ਜ਼ਿੰਦਗੀ ਜੀਣ ਦਾ ਇੱਕ ਢੰਗ ਬਖਸ਼ੋ। ਮੇਰੀ ਇਹੀ ਅਪੀਲ ਹੈ, ਚਾਹੇ ਉਹ ਕੋਈ ਸੂਬੇ ਦੀ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਲੋਕ ਹਿੱਤ ਫੈਸਲੇ ਕਰਨ। ਔਰ ਜਿਹੜਾ ਆਹ ਫੈਸਲਾ ਕੀਤਾ ਇਹਨਾਂ ਨੇ ਇੱਥੋਂ ਦੀ ਜਮਹੂਰੀਅਤ ਨੂੰ ਖਤਮ ਕਰਨ ਦਾ, ਇਹ ਲੋਕ ਹਿੱਤ ਦੇ ਬਹੁਤ ਖਿਲਾਫ ਹੈ। ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ, ਸ਼ੁਰੂ ਤੋਂ ਕੀਤਾ। ਅਸੀਂ ਤਾਂ ਇਹਨਾਂ ਦੇ ਦਰਵਾਜ਼ੇ ਭੰਨ ਕੇ ਅੰਦਰ ਮੀਟਿੰਗਾਂ ਲਈ ਵੀ ਗਏ ਹਾਂ ਵੀ ਅਸੀਂ ਸੈਨੇਟ ਸਿੰਡੀਕੇਟ ਦੇ ਮੈਂਬਰਾਂ ਸਾਡੀਆਂ ਮੀਟਿੰਗਾਂ ਕਰੋ। ਇਸ ਵਾਈਸ ਚਾਂਸਲਰ ਮੀਟਿੰਗਾਂ ਨਹੀਂ ਕੀਤੀਆਂ। ਇਹ ਮੰਦਭਾਗਾ ਟਾਈਮ ਹੈ ਔਰ ਇਸ ਮੰਦਭਾਗੇ ਟਾਈਮ ਵਿੱਚ ਮੇਰੀ ਹਰ ਉਸ ਸ਼ਖਸ ਨੂੰ ਅਪੀਲ ਹੈ, ਪੰਜਾਬੀ ਦੇ ਮਸਲੇ ਤੋਂ ਅਗਾਂਹ ਵੱਧ ਕੇ, ਉਹ ਤਾਂ ਇੱਕ ਸਿਰਫ ਸੂਬੇ ਤੱਕ ਸੀਮਤ ਹੈ। ਜਿਹੜਾ ਬੰਦਾ ਚਾਹੁੰਦਾ ਹੈ, ਚਾਹੇ ਕਿਸੇ ਵੀ ਪ੍ਰਦੇਸ਼ ਦਾ, ਚਾਹੇ ਕਿਸੇ ਵੀ ਥਾਂ ਦਾ, ਉਹ ਚਾਹੁੰਦਾ ਹੈ ਕਿ ਐਜੂਕੇਸ਼ਨ ਮੇਰਾ ਬੇਸਿਕ ਰਾਈਟ ਹੈ। ਇਹ ਸਭ ਤੋਂ ਜਦੋਂ ਬਾਣੀ 'ਚ ਹੀ ਕਹਿ ਦਿੱਤਾ ਵਿਦਿਆ ਵਿਚਾਰੀ ਦਾ ਪਰਉਪਕਾਰੀ, ਜੇ ਪਰਉਪਕਾਰ ਤਾਂ ਕਰਨਾ ਕਿਸੇ ਨੂੰ ਸੋਝੀ ਬਖਸ਼ ਦਿਓ, ਤੇ ਮਹਾਰਾਜ ਸਾਡੀ ਸੋਝੀ ਖੋਣ ਨੂੰ ਲੱਗੇ ਹੋਏ ਆ। ਹੁਣ ਜੇ ਕੋਈ ਬਿਹਾਰ ਦਾ ਵੀ ਵਿਚਾਰਾ ਆਣ ਕੇ ਪੜ੍ਹ ਜਾਂਦਾ, ਇੱਥੇ ਮਾਈਗ੍ਰੇਟਡ ਲੇਬਰ ਕਿੰਨੀ ਹੈ, ਉਹ ਬੱਚਾ ਪੜ੍ਹ ਗਿਆ, ਸਸਤੀ ਐਜੂਕੇਸ਼ਨ ਕੇ ਰਿਕਸ਼ੇ ਵਾਲੇ ਦਾ ਬੱਚਾ ਲੈ ਗਿਆ, ਤੇ ਮਹਾਰਾਜ ਉਹ ਵੇਖੋ ਕਿੱਥੇ ਜਾਂਦੀ ਹੈ ਗੱਲ। ਉਹਦੇ ਘਰ ਦੇ ਵਿੱਚ ਇੱਕ ਮਤਲਬ ਕਿ ਜੋਤ ਜਗ ਗਈ, ਲੋ ਆ ਗਈ। ਸੋ ਮੈਂ ਇਹ ਕਹਿ ਰਿਹਾ ਕਿ ਇਹ ਐਜੂਕੇਸ਼ਨ ਜਿਹੜੀ ਹੈ ਇਹ ਜੋਤ ਹੈ, ਹਰ ਘਰ 'ਚ ਜਾਗਣੀ ਚਾਹੀਦੀ ਹੈ, ਵੋਟਰ ਦੇ ਦਿਲ ਦਿਮਾਗ 'ਚ ਜਾਗਣੀ ਚਾਹੀਦੀ ਹੈ। ਐਵੇਂ ਨਾ ਆਪਣੀ ਵੋਟ ਸੁੱਟ ਦਿਆ ਕਰੋ, ਸੋਚ ਸਮਝ ਕੇ ਪਾਓ। ਮਿਹਰਬਾਨੀ। ਠੀਕ ਹੈ ਰੰਧਾਵਾ ਸਾਹਿਬ। ਹੁਸੈਨਪੁਰੀ ਸਾਹਿਬ, ਤੁਸੀਂ ਸਾਰੀਆਂ ਗੱਲਾਂ ਸੁਣੀਆਂ। ਮਾਨ ਸਾਹਿਬ ਨੇ ਵੀ ਕਾਫੀ ਭਾਵੁਕ ਹੋ ਕੇ ਬੜਾ ਕੁਝ ਕਿਹਾ। ਸਭ ਤੋਂ ਵੱਡੀ ਗੱਲ ਇਹ ਸੀ ਕਿ ਲੋਕਾਂ ਨੂੰ ਲਾਮਬੰਦ ਕਿਵੇਂ ਕੀਤਾ ਜਾਵੇ, ਸਮਝਾਇਆ ਕਿਵੇਂ ਜਾਵੇ ਕਿ ਸਾਡੇ ਤੇ ਬਹੁਤ ਵੱਡੇ ਡਾਕੇ ਵੱਜ ਰਹੇ ਨੇ, ਸਾਡੇ ਹੱਕਾਂ ਤੇ, ਸਾਡੇ ਪੰਜਾਬ ਤੇ, ਪਰ ਲੋਕ ਇਕੱਠੇ ਨਹੀਂ ਹੋ ਰਹੇ। ਕੀ ਸੁਝਾਅ ਦਿੰਦੇ ਹੋ ਤੁਸੀਂ? ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹੋ, ਸਪੈਸ਼ਲੀ ਅਮਰੀਕਾ ਛੱਡ ਕੇ ਪੰਜਾਬ ਦੇ ਲਈ ਆਏ ਹੋ। ਇਹ ਵੀ ਇੱਕ ਵੱਡੀ ਸਮੱਸਿਆ ਸਾਡੇ ਪੰਜਾਬ ਦੀ ਆ। ਇਹਦੇ ਲਈ ਕੀ ਦਿਮਾਗ ਦੇ ਵਿੱਚ ਆ ਰਿਹਾ? ਲੋਕਾਂ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੀਦਾ? ਜਿਵੇਂ ਵੀਰ ਜੀ ਨੇ ਇੱਕ ਅੱਖਰ ਵਰਤਿਆ, ਸਵੈਮਾਨ। ਜਿੰਨਾ ਚਿਰ ਸਾਨੂੰ ਇਹ ਅੱਖਰ ਆਪਣੇ ਹਰ ਵੋਟਰ, ਹਰ ਵਿਅਕਤੀ ਜੋ ਇਸ ਸੂਬੇ 'ਚ ਰਹਿ ਰਿਹਾ ਆ, ਉਹ ਆਪਣੇ ਜ਼ਿਹਨ, ਆਪਣੀ ਜ਼ੁਬਾਨ 'ਤੇ ਨਹੀਂ ਲੈ ਆਉਂਦਾ ਵੀ ਅਸੀਂ ਜ਼ਿੰਦਗੀ ਸਵੈਮਾਨ ਨਾਲ ਜਿਉਣੀ ਆ, ਉਨਾ ਚਿਰ ਤਬਦੀਲੀ ਆਉਣੀ ਬਹੁਤ ਮੁਸ਼ਕਲ ਆ। ਕਿਉਂਕਿ ਇਹਨਾਂ ਨੇ ਮਾਫੀਆ ਸਿਸਟਮ ਜਾਂ ਇਹਨੂੰ ਡਿਕਟੇਟਰਸ਼ਿਪ ਸਿਸਟਮ ਨੇ ਇੰਨਾ ਕੁ ਸਿਸਟਮ ਕੈਪਚਰ ਕਰ ਲਿਆ ਆ ਵੀ ਇਹਨਾਂ ਨੇ ਲੜਾਈਆਂ ਛੋਟੇ ਛੋਟੇ ਖਿੱਤਿਆਂ 'ਚ ਵੰਡ ਦਿੱਤੀਆਂ। ਜਿਵੇਂ ਕਿਸਾਨ ਵਾਲਾ ਮੋਰਚਾ ਹੋ ਗਿਆ, ਹੁਣ 2-4 ਦਿਨ ਪਹਿਲਾਂ ਗੰਨੇ ਦੀ ਕੀਮਤ ਦਾ, ਯੂਨੀਵਰਸਿਟੀ ਦਾ, ਹੋਰ ਛੋਟੇ ਛੋਟੇ ਇੰਡਸਟਰੀ ਦੇ, ਅੱਜ ਕੱਲ੍ਹ ਲੁਧਿਆਣੇ ਦੇ ਕੋਲ ਮੱਤੇਵਾੜਾ ਦੇ ਵਿੱਚ ਜਿਹੜਾ ਆ, ਹੁਣ ਉਹਨਾਂ ਨੇ ਉਹਦਾ ਨਾਮ ਕੂਮ ਕਲਾਂ ਪ੍ਰੋਜੈਕਟ ਕੀਤਾ ਆ।
ਕਿੱਡਾ ਵੱਡਾ ਉਹ ਸਕੈਂਡਲ ਆ, ਕੋਈ ਸਾਡਾ ਪੋਲੀਟੀਕਲ ਨਹੀਂ ਬੋਲਦਾ, ਕਿਉਂਕਿ ਇਹ ਪੋਲੀਟੀਕਲ ਸਿਸਟਮ ਇੰਨਾ ਕੁ ਗੰਦਲਾ ਹੋ ਗਿਆ ਵੀ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ। ਸਾਡੇ ਆਉਣ ਵਾਲੇ ਭਵਿੱਖ ਵਿੱਚ ਅਸੀਂ ਸਾਫ਼ ਪਾਣੀ ਕਿੱਥੋਂ ਲੈਣਾ ਆ? ਜਿਹੜੇ ਸਾਡੇ ਦਰਿਆ ਸੀ ਉਹ ਅੱਜ ਗੰਦੇ ਨਾਲੇ ਬਣਦੇ ਜਾ ਰਹੇ ਆ। 20 ਲੱਖ ਨੂੰ ਖੇਤ ਲੈ ਕੇ ਪੰਚਾਇਤੀ ਜ਼ਮੀਨ ਦਾ, ਉਹਦੀ ਅੱਜ ਪੁੱਡਾ ਵੱਲੋਂ 1 ਕਰੋੜ 90 ਲੱਖ ਕੀਮਤ ਤੈਅ ਕਰਕੇ ਇੰਡਸਟਰੀ ਨੂੰ ਵੇਚਣੀ ਆ, ਜਿਹੜੀ ਇੰਡਸਟਰੀ ਸਤਲੁਜ ਤੋਂ 1 ਕਿਲੋਮੀਟਰ ਘੇਰੇ ਦੇ ਵਿੱਚ ਜਿੱਥੇ ਡਾਈਂਗ ਮਿੱਲਾਂ ਲੱਗੂਗੀਆਂ ਔਰ ਉਹ ਡਾਈਂਗ ਮਿੱਲਾਂ ਆਪਣਾ ਕੈਮੀਕਲ ਪਾਣੀ ਜਿਹੜਾ ਆ ਸਿੱਧਾ ਸਤਲੁਜ ਵਿੱਚ ਜ਼ਮੀਨ 'ਚ ਵੀ ਸਿੱਟੂਗੇ ਤਾਂ ਵੀ ਸਤਲੁਜ ਜਾਣਾ ਆ, ਤੇ ਸਾਡੇ ਕੋਲ ਤਾਂ ਪੀਣ ਨੂੰ ਪਾਣੀ ਨਹੀਂ ਰਹਿਣਾ। ਜਿਹੜੀ ਆਪਾਂ ਗੱਲ ਕਰਦੇ ਆ ਵੀ ਇਹ ਤਬਦੀਲੀ ਕਿਵੇਂ ਆਵੇਗੀ? ਇਸ ਟਾਈਮ ਹਰ ਇੱਕ ਕੰਪੀਟੀਸ਼ਨ ਹੋ ਗਿਆ, ਇੱਕ ਕਹਿੰਦਾ 300 ਯੂਨਿਟ ਦਊਗਾ, ਦੂਜੀ ਧਿਰ ਆਉਂਦੀ ਕਹਿੰਦੇ 400 ਯੂਨਿਟ ਦਊਗੀ, ਤੀਜੀ ਧਿਰ ਕਹਿੰਦੀ 500 ਯੂਨਿਟ ਦਊਗੀ, ਤੇ ਉਹ 300 ਨੂੰ ਵੀ ਉਹ 600 ਕਹਿ ਰਹੇ ਆ, 400 ਵਾਲੇ 800 ਕਹਿ ਰਹੇ, ਕਿਉਂਕਿ 2 ਮਹੀਨੇ ਦਾ ਪੰਜਾਬ 'ਚ ਬਿੱਲ ਆਉਂਦਾ ਆ। ਜਦੋਂ ਅਸੀਂ ਇਹ ਛੋਟੇ ਕਿਉਂਕਿ ਠੀਕ ਹੈ ਗਰੀਬੀ ਬਹੁਤ ਜ਼ਿਆਦਾ ਆ, ਉਹਦੇ ਕਰਕੇ ਇਹ ਚੀਜ਼ਾਂ ਮਾਇਨੇ ਵੀ ਇੱਕ ਪੁਆਇੰਟ ਤੇ ਰੱਖਦੀਆਂ ਆ, ਪਰ ਇਹਦੇ ਨਾਲੋਂ ਮਾਇਨੇ ਇਹ ਵੀ ਚੀਜ਼ਾਂ ਸਾਨੂੰ ਵੋਟਰ ਨੂੰ, ਸਾਡੇ ਨਾਗਰਿਕ ਨੂੰ ਸੋਚਣੀ ਪਊਗੀ ਵੀ ਅਸੀਂ ਆਪਣੇ ਬੱਚੇ ਪੜ੍ਹਾਉਣੇ ਕਿਵੇਂ ਆ। ਬੱਚਿਆਂ ਨੂੰ ਕੱਲ੍ਹ ਨੂੰ ਅਸੀਂ ਬਿਮਾਰ ਹੁੰਨੇ ਆ 45-50 ਸਾਲ ਦੀ ਉਮਰ ਤੋਂ ਬਾਅਦ, ਜਦੋਂ ਮਨੁੱਖ ਦੀ ਜਿਹੜੀ ਉਹਦੇ 'ਚ ਬਿਮਾਰੀਆਂ ਆਉਣ ਲੱਗ ਪੈਂਦੀਆਂ ਆ, ਉਹਨੇ ਬਿਮਾਰ ਹੋਣਾ ਆ, ਤੇ ਉਹਦਾ ਇਲਾਜ ਕਿੱਥੇ ਹੋਊਗਾ? ਅਸੀਂ ਉਹ ਗੱਲਾਂ ਸਾਰੀਆਂ ਨੂੰ ਛੱਡਦੇ ਜਾ ਰਹੇ ਆ ਔਰ ਛੋਟੇ ਲਾਲਚ ਵਿੱਚ ਆ ਕੇ ਜੋ ਵੱਡੀਆਂ ਗੱਲਾਂ। ਔਰ ਮੈਂ ਹੈਰਾਨ ਆ ਵੀ ਪਿੰਡਾਂ ਦੇ ਵਿੱਚ ਮੈਂ ਕੁਝ ਜਾਣ ਦਾ ਮੌਕਾ ਮਿਲਿਆ ਵੀ ਕੋਈ ਸਕੂਲ ਸਿਸਟਮ ਮੈਂ ਦੇਖ ਰਿਹਾ ਸੀ, ਪਿੰਡਾਂ ਦੇ ਵਿੱਚ 1800 ਰੁਪਈਆ ਮਹੀਨਾ ਤੇ ਬੱਚਿਆਂ ਨੂੰ ਟੀਚਰ ਰੱਖਿਆ ਗਿਆ ਆ, ਔਰ ਜੋ ਉਹ ਬੱਚੇ ਕਰ ਰਹੇ ਆ ਉਹਨਾਂ ਦਾ ਮਾਈਂਡ ਲੈਵਲ ਕਿੱਥੇ ਜਾਊਗਾ? ਉਹ ਕਿਵੇਂ ਸੋਚ ਸਕਦੇ ਆ ਵੀ ਸਾਡੀ ਕੋਈ ਚੰਗੀ ਸਰਕਾਰ ਆਊਗੀ, ਅਸੀਂ ਕਿਹਨੂੰ ਚੁਣਨਾ ਆ? ਕਿਉਂਕਿ ਜਦੋਂ ਜੇ ਬੰਦਾ ਅਸੀਂ ਇੰਨੇ 2000 ਰੁਪਏ ਮਹੀਨੇ ਤੇ ਕੰਮ ਕਰਨ ਨੂੰ ਅਸੀਂ ਸ਼ੁਰੂ ਐਗਰੀ ਹੋ ਗਏ, ਉਹ ਵੀ ਐਜੂਕੇਸ਼ਨ ਕਹਿੰਦੇ ਆ ਵੀ ਇਹਦੇ ਨਾਲ ਦੁਨੀਆ ਦੀ ਦਿਸ਼ਾ ਉਹਨੇ ਬਦਲਣੀ ਐਜੂਕੇਸ਼ਨ ਨੇ, ਤੇ ਦਿਸ਼ਾ ਬਦਲਣ ਨੂੰ 2-2000 ਰੁਪਏ ਤੇ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਟੀਚਰ ਰੱਖੇ ਗਏ, ਤੇ ਦਿਸ਼ਾ ਬਦਲੂਗੀ ਕਿਵੇਂ? ਸੋ ਇਸ ਕਰਕੇ ਜਿਹੜੀਆਂ ਇਹ ਸਾਰੀਆਂ ਗੱਲਾਂ ਆ, ਇਹ ਨੌਜਵਾਨਾਂ ਨੂੰ ਸਾਨੂੰ ਸਮਝਣੀਆਂ ਪਊਗੀਆਂ ਵੀ ਆਉਣ ਵਾਲਾ ਸਮਾਂ ਕਿੰਨਾ ਭਿਅੰਕਰ ਆ। ਵੀ ਜੇ 2000 ਰੁਪਏ ਤੇ ਨੌਜਵਾਨ ਕੰਮ ਕਰਨ ਲੱਪੇ ਹੁਣ 5 7 10 ਹਜ਼ਾਰ, ਤੇ ਅਸੀਂ ਰੋਟੀ ਕਿਵੇਂ ਖਾਣੀ ਆ? ਅਸੀਂ ਤਾਂ ਫਿਰ ਅੱਜ 300 ਯੂਨਿਟ ਕਹਿੰਦੇ ਆ, ਕੱਲ੍ਹ ਨੂੰ ਅਸੀਂ 700 ਯੂਨਿਟ ਕਵਾਂਗੇ, ਕਿਉਂਕਿ ਪੈਸੇ ਤਾਂ ਸਾਡੇ ਕੋਲ ਬਿੱਲ ਦੇਣ ਨੂੰ ਹੋਣੇ ਹੀ ਨਹੀਂ, ਤੇ ਬਿਜਲੀ ਤਾਂ ਜਿਉਣ ਲਈ ਚਾਹੀਦੀ ਆ। ਉਹ ਤੋਂ ਬਗੈਰ ਅਸੀਂ ਸ਼ੁੱਧ ਪਾਣੀ, ਸ਼ੁੱਧ ਹਵਾ, ਵਾਤਾਵਰਣ ਨਾਲ ਸੰਬੰਧਿਤ ਅਸੀਂ ਇਹਨਾਂ 'ਚ ਰਹਿਣਾ ਕਿਵੇਂ ਆ? ਅੱਜ ਆਪਾਂ ਕਹਿ ਤਾਂ ਰਹੇ ਆ ਵੀ ਸਾਡਾ ਯੂਥ ਇੱਥੇ ਕਿਉਂ, ਵੀ ਉਹ ਆਈਲੈਟ ਸੈਂਟਰ ਵੀ ਸਾਡੇ ਲਈ ਬਿਲਕੁਲ ਇਹ ਸ਼ਰਮਨਾਕ ਗੱਲਾਂ ਆ, ਪਰ ਜਿਹੜਾ ਯੂਥ ਆ, ਜਿਹੜਾ ਨੌਜਵਾਨ ਪੜ੍ਹ ਕੇ ਨਿਕਲ ਰਿਹਾ, ਉਹਦੇ ਕੋਲ ਮੂਹਰੇ ਰੁਜ਼ਗਾਰ ਕੀ ਆ? ਅਸੀਂ ਸਭ ਤੋਂ ਪਹਿਲਾਂ ਆਪਣਾ ਜੇ ਪੜ੍ਹਾਈ ਵੀ ਕਰਦੇ ਆ, ਕੋਈ ਡਿਗਰੀ ਕਰਦਾ ਆ, ਉਹ ਡਿਗਰੀ ਕਰਕੇ ਉਹਦਾ ਅਸੀਂ ਕੀ ਮੁਲਾਂਕਣ ਕਰਦੇ ਆ ਵੀ ਇਹ ਡਿਗਰੀ ਕਰਕੇ ਮੇਰੀ ਜਿਹੜੀ ਫਾਈਨੈਂਸ਼ੀਅਲੀ ਹਾਲਾਤ ਇੰਨੇ ਕੁ ਤੱਕ ਚੱਲ ਜੂਗੇ, ਮੈਂ ਆਪਣਾ ਗੁਜ਼ਾਰਾ ਇਦਾਂ ਦੀ ਜ਼ਿੰਦਗੀ ਬਸਰ ਕਰ ਸਕਦਾ ਆ। ਜਾਂ ਤਾਂ ਸਾਡੇ ਕੋਲ ਸਾਹਮਣੇ ਕੁਝ ਦਿਸ ਨਹੀਂ ਰਿਹਾ, ਖੇਤੀਬਾੜੀ 'ਚ ਸਾਨੂੰ ਫੇਲ ਕਰਨ ਤੇ ਹੋ ਗਏ ਆ। ਪੰਜਾਬ ਦੀ ਇੰਡਸਟਰੀ ਜੇ ਖੇਤੀ ਦੇ ਨਾਲ ਸੰਬੰਧਿਤ ਹੁੰਦੀ, ਸਾਡੇ ਇੱਥੇ ਪ੍ਰੋਪਰ ਕੋਲਡ ਸਟੋਰ ਬਣਦੇ, ਪੈਕਿੰਗ ਫੂਡ ਹੁੰਦਾ, ਫੂਡ ਪ੍ਰੋਸੈਸਿੰਗ ਦੇ ਪਲਾਂਟ ਲੱਗਦੇ, ਇੰਨਾ ਜਿਹੜਾ ਸਾਡੀਆਂ ਸਬਜ਼ੀਆਂ ਉਹਨਾਂ ਨੂੰ ਅਸੀਂ ਅਰਬ ਕੰਟਰੀਆਂ ਤੱਕ, ਬੰਬੇ ਤੱਕ ਸਿੱਧੀ ਸਪਲਾਈ ਹੋਣ ਤੱਕ ਹੁੰਦੇ, ਤੇ ਜਦੋਂ ਸਾਡੇ ਉਸ ਤਰੀਕੇ ਦੇ ਨਾਲ ਕੋਈ ਇੰਡਸਟਰੀ ਲੱਗੀ ਨਹੀਂ ਅੱਜ ਤੱਕ, ਤੇ ਲੋਕ ਇਹਨਾਂ ਗੱਲਾਂ ਨੂੰ ਸੋਚ ਕੇ ਅਸੀਂ ਬਾਹਰ ਜਾਣ ਤੋਂ ਕਿਵੇਂ ਰੋਕ ਸਕਦੇ ਆ? ਔਰ ਜਿਹੜਾ ਨੌਜਵਾਨ ਵੀ ਸਾਡਾ ਆ, ਉਹ ਇੱਕ ਇੰਨੀ ਕੁ ਈਜ਼ੀ ਐਕਸੈਸ ਹੋ ਗਿਆ ਵੀ ਆਪਾਂ ਇਸ ਚੀਜ਼ ਨੂੰ ਕਰਕੇ ਹਾਸਲ ਕਰ ਲਈਏ। ਪੰਜਾਬ ਜਾਂ ਪੰਜਾਬੀਅਤ ਜਾਂ ਸਾਡਾ ਭਵਿੱਖ, ਸਾਡਾ ਇਹ ਖਿੱਤਾ, ਇਹਦਾ ਕੀ ਬਣੇਗਾ, ਉਹਦੇ ਬਾਰੇ ਅਸੀਂ ਸੋਚਣਾ ਹੀ ਛੱਡ ਦਿੱਤਾ ਆ। ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇੱਥੇ ਵੀਰ ਇੱਥੇ ਆ ਕੇ ਬੈਠੇ ਆ, ਆਪਣੇ ਘਰਾਂ ਤੋਂ ਛੱਡ ਕੇ ਵੀ ਸੈਨੇਟ ਦੀ ਇਲੈਕਸ਼ਨ, ਕਿਉਂਕਿ ਉਹਨਾਂ ਨੂੰ ਦੇਖ ਰਿਹਾ ਵੀ ਜੇ ਇਹ ਸੈਨੇਟ ਦੀ ਇਲੈਕਸ਼ਨ ਨਹੀਂ ਹੋਈ ਤੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਚਲੇ ਜਾਊਗਾ। ਸਾਡੀ ਪੰਜਾਬੀਅਤ, ਪੰਜਾਬੀ ਭਾਸ਼ਾ ਨੂੰ ਖਤਰਾ ਹੋ ਗਿਆ। ਸੋ ਇਸ ਕਰਕੇ ਇਹਨਾਂ ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਇੱਥੇ ਬੜੇ ਵੱਡੇ ਪੱਧਰ ਤੇ ਆ ਕੇ ਦਿਨ ਰਾਤ ਬੈਠੇ ਆ ਔਰ ਰੋਜ਼ ਦੇ ਆਪਣੇ ਪ੍ਰੋਗਰਾਮ ਲੀਕ ਰਹੇ ਆ। ਪਰ ਸਾਨੂੰ ਨੌਜਵਾਨਾਂ ਨੂੰ
ਇੱਕ ਚੀਜ਼ ਨਹੀਂ, ਇਹਨੂੰ ਓਵਰਆਲ ਪੰਜਾਬ ਦੀ ਪਿਕਚਰ ਦੇਖ ਕੇ ਜਿੱਥੇ ਕਿਤੇ ਵੀ ਸਰਕਾਰ ਵਧੀਕੀਆਂ ਕਰ ਰਹੀ ਆ, ਉਹ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਪੰਜਾਬ ਗਵਰਨਮੈਂਟ ਆ, ਸਾਨੂੰ ਉਹਨਾਂ ਦੇ ਪ੍ਰਤੀ ਸੁਚਾਰੂ ਰੂਪ ਦੇ ਵਿੱਚ ਸੋਚ ਸਮਝ ਕੇ ਆਉਣ ਵਾਲੀਆਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਲਾਮਬੰਦ ਕਰਨਾ ਆ ਤੇ ਉਹਨਾਂ ਦੇ ਲਈ ਸਾਨੂੰ ਹਰ ਬੱਚੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੀ। ਬਹੁਤ ਧੰਨਵਾਦ। ਤਾਂ ਸਿੱਧੇ ਤੌਰ ਤੇ ਦੋ ਗੱਲਾਂ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀਆਂ। ਸਭ ਤੋਂ ਪਹਿਲਾਂ ਤਾਂ ਜਾਗਰੂਕਤਾ ਹੈ ਕਿ ਸਾਡੇ ਲਈ ਜ਼ਰੂਰੀ ਕੀ ਆ। ਜੇ ਜ਼ਰੂਰੀ ਆ ਤਾਂ ਉਹਦੇ ਤੇ ਜੇਕਰ ਕੋਈ ਸਾਡਾ ਹੱਕ ਖੋਹਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਦੀ ਵਿਰੋਧਤਾ ਕਿਵੇਂ ਕਰਨੀ ਆ। ਜਦੋਂ ਸਾਨੂੰ ਸਿਸਟਮ ਦੀ ਸਮਝ ਨਹੀਂ ਹੋਊਗੀ, ਸਾਨੂੰ ਜਾਣਕਾਰੀ ਨਹੀਂ ਹੋਊਗੀ ਤਾਂ ਅਸੀਂ ਉਹਦੀ ਵਿਰੋਧਤਾ ਵੀ ਨਹੀਂ ਕਰ ਸਕਾਂਗੇ। ਦੂਜੀ ਗੱਲ, ਜੇ ਜਾਗਰੂਕਤਾ ਆ ਵੀ ਜਾਂਦੀ ਆ ਤਾਂ ਫਿਰ ਅਸੀਂ ਲਾਮਬੰਦ ਕਿਵੇਂ ਹੋਣਾ। ਅਸੀਂ ਟੋਟਿਆਂ 'ਚ ਨਹੀਂ ਰਹਿਣਾ, ਅਸੀਂ ਇਕੱਠੇ ਹੋ ਕੇ ਲੜਨਾ। ਜੇਕਰ ਇਕੱਠੇ ਹੋ ਕੇ ਲੜਿਆ ਜਾਊਗਾ ਤਾਂ ਹੀ ਕੋਈ ਜਿੱਤ ਪ੍ਰਾਪਤ ਹੋ ਸਕਦੀ ਹੈ, ਨਹੀਂ ਤਾਂ ਇਕੱਲਿਆਂ ਨੂੰ ਤਾਂ ਕੁੱਟਣਗੇ ਵੀ ਭਜਾਉਣਗੇ ਵੀ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।